कीता है। लड़ीवार गुरबाणी शब्द विचार, अज दे अमृतमई बचना दा पाठ भाई साहब जी पासों सरवण कीता। पवित्र बाणी दी विचार नाल जुड़न वास्ते जो समा प्राप्त हो रहा है, मन बिरतियां नूं एकाग्र करते हुए निमाणे जे हो के चवर छतर तखत दे मालक धन गुरु ग्रंथ साहिब महाराज जी दे पावन चरनां विच जुड़न दा यतन करिए। सबना दियां हाजरियां समरथ सतगुरु जी दे चरनां विच लग जाण। धन गुरु नानक साहिब जी अमृतमई बाणी दे विच अज दे अमृतमई बचनां दे राहीं जो सानू दुनियावी मनुखी जीवां नूं समझाउणा चाहुंदे ने, एक मन एक चित हो के समझण दा यतन करिए जी। वाहिगुरु साहिब जी। जप जी साहिब सो दर केहा सो घर केहा, जित बह सर्ब संभाले। वाजे नाद अनेक असंखा, केते वावण हारे। आप जी रोजाना इस अस्थान तो लड़ीवार गुरबाणी शब्द विचार दे नाल सांझ पाउंदे आ रहे हो। जप जी साहिब दी पवित्र बाणी जिस दा उचारण धन गुरु नानक साहिब जी ने कीता है। पवित्र बाणी विचों 27 नंबर पौड़ी का पाठ आप जी ने सरवण किया, जिहदे विच परमेश्वर दे दर और घर की गल करदे हां। पहले एक सवाल है, फिर उस दर और घर दे विच किन्नियां कु बख्शिशां वरत रहीआं ने, उहदा ज्ञान आप ही गुरु नानक साहब ने दिता है। जां इस तरह कह लईए कि सवाल साडे वल्लों है गुरु नानक साहब नूं, ते जिहदा जवाब गुरु नानक साहब दे रहे ने। उहदा कारण क्योंकि सानू ये बहरूनी दुनिया का ते ज्ञान है, पर सानू उस दर उस घर की सोझी नहीं जिथे वो बैठ के परमेश्वर सबना की संभाल सबना की पालना करता है। हर घर दे बारे सानू पता, जिस घर दे विच असीं रहिंदे हां उस घर दा भी सानू पता है, आंड गवांड का भी पता है, दूर दुराडे जिन्ने भी असीं कईयां दे घरां दी खबर रखते हैं, इहदा दर कैसा उहदा घर कैसा। पर जिथे परमेश्वर विराजमान हो के सबना दी संभाल करन वाला है, उस दर उस घर दी सानू सोझी नहीं। और उस दर उस घर दे नाल जुड़न वास्ते ही असीं गुरु नाल जुड़ना। गुरु का मतलब कि जिस दे दर जिस दे घर वल नूं रस्ता जांदा है, उस राह ते हनेरा बहुत है, अज्ञानता का हनेरा बहुत है। ते गुरु का मतलब है, गू का मतलब हनेरा, रूह का मतलब प्रकाश। असीं उस गुरु साहब नाल सांझ पाई है जिन्हें ज्ञान का प्रकाश करके सानू उस दर उस घर दे नाल जोड़ना है। दर का अर्थ दरवाजा है, और घर जिस घर दे विच असीं प्रवेश करके उस घर नूं जानना है।
ਤੇ ਘਰ ਦੇ ਵਿੱਚ ਦਰਵਾਜ਼ਾ ਜ਼ਰੂਰ ਹੁੰਦਾ ਹੈ, ਕਿਉਂਕਿ ਕਿਸੇ ਵੀ ਘਰ ਵਿੱਚ ਜਾਣ ਲੱਗਿਆਂ ਸਾਨੂੰ ਪਹਿਲਾਂ ਦਰ ਤੇ ਆਉਣਾ ਪੈਂਦਾ ਹੈ। ਜੇ ਉਹ ਦਰ ਦੀ ਸਾਨੂੰ ਸਮਝ ਜਾਂ ਉਹਦੀ ਪਛਾਣ ਹੋਏਗੀ ਤਾਂ ਹੀ ਅਸੀਂ ਉਸ ਘਰ ਦੇ ਅੰਦਰ ਜਾ ਸਕਦੇ ਹਾਂ। ਜੇ ਸਾਨੂੰ ਉਸ ਦਰਵਾਜ਼ੇ ਦੀ ਹੀ ਪਛਾਣ ਨਹੀਂ ਹੋਏਗੀ ਤੇ ਫਿਰ ਉਸ ਘਰ ਵਿੱਚ ਪ੍ਰਵੇਸ਼ ਕਰਨਾ ਸਾਡੇ ਲਈ ਔਖਾ ਹੈ। ਇੱਕ ਘਰ ਜਿੱਥੇ ਅਸੀਂ ਆਪ ਆਪਣੇ ਹੱਥੀਂ ਬਣਵਾ ਕੇ ਰਹਿ ਰਹੇ ਹਾਂ, ਔਰ ਇੱਕ ਆਹ ਘਰ ਹੈ 5 ਤੱਤਾਂ ਦਾ ਬਣਿਆ ਹੋਇਆ, ਜਿਹਦੇ ਅੰਦਰ ਦੇਖੋ ਬਾਹਰ ਦੇ ਘਰ ਵਿੱਚ ਵੀ ਇੱਕ ਪਰਿਵਾਰ ਹੈ, ਔਰ ਜਿਹੜਾ ਆਹ 5 ਤੱਤਾਂ ਦਾ ਬਣਿਆ ਹੋਇਆ ਸਰੀਰ ਹੈ, ਇਹ ਘਰ, ਇਹਦੇ ਅੰਦਰ ਵੀ ਇੱਕ ਪਰਿਵਾਰ ਹੈ। ਜਿਹੜੇ ਸਾਡੇ ਗਿਆਨ ਇੰਦਰੇ, ਕਰਮ ਇੰਦਰੇ, ਜੋ ਸਾਡਾ ਮਨ, ਚਿੱਤ, ਜੋ ਅੰਦਰ ਇੱਕ ਜਿੰਦ ਹੈ, ਇਹ ਸਾਰਾ ਇੱਕ ਪਰਿਵਾਰ ਦਾ ਹਿੱਸਾ ਹੈ। ਇਹ ਸਾਡਾ ਆਪਣਾ ਇੱਕ ਪਰਿਵਾਰ ਹੈ ਜਿਹੜਾ 24 ਘੰਟੇ ਸਾਡੇ ਨਾਲ ਰਹਿੰਦਾ ਹੈ। ਅਸੀਂ ਉਸ ਘਰ ਨੂੰ ਜਾਣਨ ਦਾ ਯਤਨ ਕਰਨਾ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਬਣੀ, ਜਾਂ ਜਿਹਨੂੰ ਅਸੀਂ ਰੋਜ਼ ਅੰਮ੍ਰਿਤ ਬਾਣੀ ਵਿੱਚ ਪੜ੍ਹਦੇ ਹਾਂ। ਕੁਝ ਗੱਲਾਂ ਸਮਝ ਕੇ ਚੱਲਣੀਆਂ ਪੈਣਗੀਆਂ ਕਿ ਕਿਸ ਦਰ ਤੇ ਘਰ ਦੀ ਗੱਲ ਗੁਰੂ ਸਾਹਿਬ ਕਰਦੇ ਨੇ, ਜਾਂ ਕਿਹੜਾ ਸਵਾਲ ਆਪਾਂ ਗੁਰੂ ਸਾਹਿਬ ਜੀ ਅੱਗੇ ਰੱਖਣਾ ਜਿਸ ਘਰ ਤੇ ਦਰ ਦੀ ਸਾਨੂੰ ਸਮਝ ਆਵੇ। ਪਹਿਲੀ ਗੱਲ, ਰੋਜ਼ਾਨਾ ਨਿਤ ਦੇ ਨੇਮ ਵਿੱਚ ਬਾਣੀ ਦਾ ਅਭਿਆਸ ਕਰਦੇ ਹੋ ਤੁਸੀਂ, ਤੇ ਰੋਜ਼ਾਨਾ ਹੀ ਆਪਾਂ ਇੱਕ ਬਚਨ ਪੜ੍ਹਦੇ ਹਾਂ, ਨਾਉ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਉਹ ਜਿਹੜਾ ਗੁਪਤ ਹੈ ਨਾ, ਸਾਨੂੰ ਉਸੇ ਦਰ ਦੀ ਸਮਝ ਨਹੀਂ ਆ ਰਹੀ। ਅਸੀਂ ਬੜੀਆਂ ਥਾਵਾਂ ਤੇ ਭਟਕੇ, ਕਿਉਂਕਿ ਸਾਨੂੰ ਦੁਨੀਆ ਨੇ ਜਿਸ ਰਾਹ ਪਾਇਆ ਅਸੀਂ ਉਸ ਰਾਹ ਪੈ ਗਏ। ਔਰ ਇਹੀ ਕਾਰਨ ਹੈ ਕਿ ਇਹ ਜਿਹੜਾ ਗੁਪਤ ਹੈ ਨਾ, ਇਹਨੂੰ ਪ੍ਰਾਪਤ ਕਰਨ ਲਈ ਕੋਈ ਜੋਗੀ ਬਣ ਗਿਆ, ਕੋਈ ਸੰਨਿਆਸੀ ਬਣ ਗਿਆ, ਕੋਈ ਬ੍ਰਹਮਚਾਰੀ ਬਣ ਗਿਆ, ਕੋਈ ਸਾਧੂ ਬਣ ਗਿਆ, ਕੋਈ ਸੰਤ ਮਹਾਤਮਾ ਬਣ ਗਿਆ, ਕੋਈ ਕੁਛ ਬਣ ਗਿਆ। ਇਹ ਸਾਰੇ ਕਿਉਂ ਬਣ ਗਏ? ਕਿਉਂਕਿ ਅਸਲ ਵਿੱਚ ਉਸ ਗੁਪਤ ਦਵਾਰੇ ਦੀ ਸਮਝ ਕਿਸੇ ਨੂੰ ਵੀ ਨਹੀਂ। ਹੁਣ ਉਹ ਜੇ ਬਹਿਰੂਨੀ ਤਲ ਤੇ ਵੇਖਾਂਗੇ ਤੇ ਜੋਗੀ ਆਪਣੇ ਤਲ ਤੇ ਖੜਾ ਹੈ, ਸੰਨਿਆਸੀ ਆਪਣੇ ਤਲ ਤੇ ਖਲੋਤਾ ਹੈ, ਬ੍ਰਹਮਚਾਰੀ ਆਪਣੇ ਤਲ ਤੇ ਹੈ, ਪੰਡਤ ਆਪਣੇ ਤਲ ਤੇ ਹੈ, ਗਿਆਨੀ ਆਪਣੇ ਤਲ ਤੇ ਹੈ। ਉੱਥੇ ਫਿਰ ਅਸੀਂ ਜਿਹੜੇ ਪਰੇਸ਼ਾਨ ਹੋ ਜਾਾਂਗੇ ਵੀ ਇੱਥੇ ਤੇ ਰਾਹ ਹੀ ਬੜੇ ਨੇ। ਜਿਹੜਾ ਪਤਾ ਦੱਸਣ ਵਾਲੇ ਹੋਣ ਵੀ, ਅਸਲ ਪਤਾ ਕਿਹਦੇ ਕੋਲ ਹੈ, ਅਸਲ ਐਡਰੈਸ ਕਿਹਦੇ ਕੋਲ ਹੈ ਜਿਹੜਾ ਸਾਨੂੰ ਉਸ ਮੰਜ਼ਿਲ ਤੱਕ ਪਹੁੰਚਾ ਸਕੇ। 9 ਤਾਂ ਪ੍ਰਗਟ ਹੋ ਗਏ ਨੇ, ਹੁਣ 10ਵਾਂ ਜਿਹੜਾ ਗੁਪਤ ਹੈ ਉਹਦਾ ਦਰ ਕਿਵੇਂ ਖੁੱਲੇਗਾ, ਔਰ ਦਰ ਕਿੱਥੇ ਹੈ? ਜਿੰਨੇ ਵੀ ਅਸੀਂ ਬਹਿਰੂਨੀ ਤਲ ਤੇ ਵੇਖ ਰਹੇ ਹਾਂ, ਦਰ ਘਰ ਦੀ ਗੱਲ ਕਰਨ ਵਾਲੇ, ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜ਼ਿਕਰ ਕੀਤਾ, ਸਾਹਿਬ ਕਹਿੰਦੇ ਆ ਜਿੰਨੇ ਤੁਸੀਂ ਵੇਖ ਰਹੇ ਹੋ ਨਾ, ਅਸਲ ਵਿੱਚ ਸੱਚ ਪਤਾ ਕੀ ਹੈ? ਇਹਨਾਂ ਵਿੱਚੋਂ ਕਿਸੇ ਕੋਲ ਸਹੀ ਪਤਾ ਹੈ ਹੀ ਨਹੀਂ। ਇਹਨਾਂ ਵਿੱਚ ਕਿਸੇ ਕੋਲ ਸਹੀ ਐਡਰੈਸ ਹੈ ਹੀ ਕਿਸੇ ਕੋਲ ਨਹੀਂ ਹੈ। ਠੀਕ ਹੈ, ਸਾਰੇ ਰੱਬ ਦੀਆਂ ਗੱਲਾਂ ਕਰਦੇ ਜ਼ਰੂਰ ਪਏ ਨੇ, ਪਰ ਸੱਚ ਪੁੱਛੋ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਉਹਦਾ ਭੇਦ ਤਾਂ ਪਾਇਆ ਹੀ ਕੋਈ ਨਹੀਂ ਕਿਸੇ। ਇਸ ਲਈ ਦੁਨੀਆ ਨੂੰ ਜਿਹੜਾ ਰਾਹ ਦਿਸਿਆ, ਦੁਨੀਆ ਉਸੇ ਮਗਰ ਹੋ ਤੁਰੀ। ਜਿਸ ਰਾਹ ਕਿਸੇ ਨੇ ਦੱਸਿਆ ਉਸੇ ਰਾਹ ਬਸ ਤੁਰ ਪਏ। ਪਰ ਅਸੀਂ ਉਸ ਦਰ ਨਾਲ ਜੁੜੇ ਹਾਂ ਜਿਸ ਦਾ ਦਰ ਉਸ ਦਰ ਨਾਲ ਜੁੜਿਆ ਹੈ ਜਿਹੜਾ ਪਰਮੇਸ਼ਵਰ, ਜਿਸ ਘਰ ਦੀ ਅਸੀਂ ਸੋਝੀ ਲੈਣੀ ਹੈ। ਕਿਉਂਕਿ ਜਿਸ ਘਰ ਵਿੱਚ ਜਾਣਾ ਹੋਏਗਾ ਤੇ ਦਰ ਵੀ, ਦਰਵਾਜ਼ਾ ਵੀ ਉਸੇ ਨਾਲ ਹੀ ਜੁੜਿਆ ਹੋਏਗਾ। ਇਹ ਤੇ ਨਹੀਂ ਕਿ ਅਸੀਂ ਘਰ ਕਿਸੇ ਦੇ ਜਾਣੇ ਤੇ ਦਰਵਾਜ਼ਾ ਕਿਤੋਂ ਹੋਰ ਜਾ ਕੇ ਖੋਲ੍ਹਦਾ ਹੈ। ਜਿਸ ਘਰ ਵਿੱਚ ਜਾਣਾ ਹੈ ਦਰਵਾਜ਼ਾ ਵੀ ਉੱਥੇ ਦਾ ਹੀ ਖੁੱਲ੍ਹਣਾ ਪਏਗਾ। ਇਹ ਸਾਹਿਬ ਕਹਿੰਦੇ ਨੇ, 9 ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ।
ਪਹਿਲਾਂ ਆਹ ਦਰ ਜਿਹੜਾ ਨਾ, ਇਸ ਦਰ ਤੇ ਸਾਨੂੰ ਆਉਣਾ ਪੈਣਾ ਹੈ, ਕਿਉਂਕਿ ਇਹੀ ਰਸਤਾ ਸਾਡਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਵੱਲ ਜਾਂਦਾ ਹੈ। ਕਿਉਂ ਅਸੀਂ ਇਸ ਗੁਰਦੁਆਰੇ ਭਾਵਨਾ ਨਾਲ ਕਿਉਂ ਜੁੜਨਾ ਹੈ? ਹੋਰ ਵੀ ਦਰ ਬਹੁਤ ਨੇ, ਪਰ ਅਸੀਂ ਗੁਰਦੁਆਰੇ ਨਾਲ ਕਿਉਂ ਜੁੜਨਾ ਹੈ? ਕਿਉਂਕਿ ਗੁਰੂ ਦਾ ਦਰ ਸਾਨੂੰ ਕਿਸੇ ਭਰਮ ਵਿੱਚ ਨਹੀਂ ਪਾਉਂਦਾ, ਸਾਨੂੰ ਕਿਸੇ ਵਹਿਮ ਦਾ ਸ਼ਿਕਾਰ ਨਹੀਂ ਬਣਾਉਂਦਾ, ਸਾਨੂੰ ਕੋਈ ਕਰਮ ਕਾਂਡ ਕਰਨ ਦੀ ਪ੍ਰੇਰਨਾ ਨਹੀਂ ਗੁਰਬਾਣੀ ਵਿੱਚੋਂ ਦੀ ਮਿਲਦੀ ਕਿ ਤੁਸੀਂ ਆਹ ਕਰਮ ਕਰੋਗੇ ਤੇ ਤੁਹਾਨੂੰ ਉਹਦਾ ਦਰ ਮਿਲ ਜਾਏਗਾ। ਕਿਉਂਕਿ ਦੁਨੀਆ ਨੇ ਤਾਂ ਸਾਨੂੰ ਜੇ ਮੋਕਸ਼ ਦਾ ਦੁਆਰ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਹ ਵੀ ਮਰਨ ਤੋਂ ਬਾਅਦ। ਕੋਈ ਕਹਿੰਦਾ ਵੀ ਜਾ ਕੇ ਫਲਾਣੀ ਥਾਂ ਤੇ ਪਿੰਡ ਦਾਨ ਭਰਾ ਕੇ ਆ ਜਾਓ ਤੇ ਤੁਹਾਨੂੰ ਜਿਹੜਾ ਜੀਵ ਗਿਆ ਉਹਦੀ ਮੁਕਤੀ ਹੋ ਜਾਏਗੀ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਇੱਥੇ ਗੱਲ ਮਰਨ ਤੋਂ ਬਾਅਦ ਦੀ ਨਹੀਂ, ਇੱਥੇ ਜੀਵਨ ਮੁਕਤ ਦੀ ਗੱਲ ਹੈ। ਜੀਵਨ ਮੁਕਤ ਹੋਣ ਵਾਸਤੇ ਤੈਨੂੰ ਜੀਵਨ ਦੀ ਜਾਂਚ, ਜੀਵਨ ਦੀ ਜੁਗਤੀ ਸਿੱਖਣੀ ਪੈਣੀ ਹੈ। ਤੂੰ ਇਹ ਰਸਤਾ ਜਿਹੜਾ ਜਾਂਦਾ ਹੈ ਨਾ, ਉਹਦੇ ਦਰ, ਉਹਦੇ ਘਰ ਵੱਲ ਜਿਹੜਾ ਰਸਤਾ ਜਾਂਦਾ ਹੈ, ਕਹਿੰਦੇ ਉਹ ਬਾਹਰ ਕੋਈ ਰਸਤਾ ਹੀ ਨਹੀਂ ਹੈ। ਦੁਨੀਆ ਦੇ ਵਿੱਚ ਰਸਤੇ ਬਹੁਤ ਨੇ, ਚਾਰੇ ਪਾਸੇ ਰਸਤੇ ਨੇ। ਕੋਈ ਪੂਰਬ ਨੂੰ ਜਾਂਦਾ ਹੈ, ਕੋਈ ਪੱਛਮ ਨੂੰ, ਕੋਈ ਉੱਤਰ ਨੂੰ, ਕੋਈ ਦੱਖਣ ਨੂੰ। ਪਰ ਚਾਰੇ ਦਿਸ਼ਾਵਾਂ ਦੇ ਵਿੱਚ, ਚਾਰ ਛੱਡੋ, ਚਾਰ ਅੱਗੋਂ ਚਾਰ ਉਹਦੇ ਕੋਨੇ ਨੇ, ਧਰਤੀ ਆਸਮਾਨ 10 ਦਿਸ਼ਾਵਾਂ ਨੇ। 10 ਦਿਸ਼ਾਵਾਂ ਵਿੱਚ ਇੱਕ ਵੀ ਦਿਸ਼ਾ ਐਸੀ ਨਹੀਂ ਜਿਹੜੀ ਰੱਬ ਦੇ ਦਰ ਵੱਲ ਜਾਂਦੀ ਹੋਵੇ, ਉਹਦੇ ਘਰ ਵੱਲ ਜਾਂਦੀ ਹੋਵੇ। ਉਹਦਾ ਦਰ, ਉਹਦਾ ਘਰ ਜਿਹੜਾ, ਉਹਦਾ ਰਸਤਾ ਹੈ ਦਿਮਾਗ ਤੋਂ ਦਿਲ ਤੱਕ ਦਾ। ਪਰ ਉੱਥੇ ਹਨੇਰਾ ਹੈ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ, ਰਾਤ ਉੱਥੇ ਹਨੇਰਾ ਹੈ, ਅਗਿਆਨਤਾ ਦਾ ਹਨੇਰਾ, ਵਿਕਾਰਾਂ ਦਾ ਹਨੇਰਾ ਹੈ। ਹੁਣ ਉਹਨੂੰ ਦੂਰ ਕਰਨ ਵਾਸਤੇ ਅਸੀਂ ਗੁਰੂ ਦੇ ਦੁਆਰੇ ਆਏ ਤੇ ਗੁਰੂ ਸਾਹਿਬ ਨੂੰ ਪੁੱਛਿਆ, ਤੁਸੀਂ ਦੱਸੋ ਕਿਉਂ? ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਨ। ਇਹਦਾ ਮਤਲਬ ਗੁਰੂ ਦਰ ਹੈ ਤੇ ਪਰਮੇਸ਼ਰ ਘਰ ਹੈ। ਪਹਿਲਾਂ ਤੇ ਦਰ ਦਰਵਾਜ਼ੇ ਤੇ ਹੀ ਖਲੋਵਾਂਗੇ ਆ ਕੇ। ਤੇ ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਆਪ ਜੀ ਦੇ ਨਾਲ ਕਿ ਇੱਕ ਦਰਵਾਜ਼ਾ ਖੁੱਲ੍ਹਾ ਹੈ, ਜਿਹਨੂੰ ਆਪਾਂ ਗੁਰੂਦੁਆਰਾ ਆਖਿਆ। ਆ ਦਰਵਾਜ਼ਾ ਖੁੱਲ੍ਹਾ ਹੈ ਇੱਕ। ਅਸੀਂ ਆਏ, ਆ ਕੇ ਨਮਸਕਾਰ ਕੀਤੀ ਤੇ ਬੈਠ ਗਏ। ਪਰ ਇੱਕ ਦਰ ਹਜੇ ਖੁੱਲ੍ਹਣਾ ਹੈ, ਜਿਹੜਾ ਅਸੀਂ ਖੁਲਾਉਣ ਵਾਸਤੇ ਸੰਗਤ ਵਿੱਚ ਗੁਰਬਾਣੀ ਕਥਾ ਕੀਰਤਨ ਪਾਠ ਨਾਲ ਜੁੜ ਕੇ ਬੈਠਣਾ। ਉਹ ਕਾਹਦੇ ਲਈ? ਕਿਉਂਕਿ ਇੱਕ ਦਰ ਹਜੇ ਖੁੱਲ੍ਹਣਾ ਹੈ। ਉਹਦੇ ਵਾਸਤੇ ਸਾਨੂੰ ਬੇਨਤੀ ਕਰਨੀ ਪਏਗੀ। ਜਿਹੜਾ ਦਰ ਦਰਵਾਜ਼ਾ ਸੀ ਗੁਰੂਦੁਆਰੇ ਦਾ, ਉਹਦੇ ਲਈ ਬੇਨਤੀ ਨਹੀਂ ਕਰਨੀ ਪਈ ਵੀ ਦਰਵਾਜ਼ਾ ਖੋਲ੍ਹੋ, ਉਹ ਤੇ ਖੁੱਲ੍ਹਾ ਹੀ ਹੈ। ਉਹਦੇ ਅੱਧੀ ਰਾਤ ਨੂੰ ਵੀ ਜੇ ਤੁਸੀਂ ਆ ਜਾਓਗੇ ਤੇ ਉਹ ਵੀ ਦਰ ਤੁਹਾਨੂੰ ਖੁੱਲ੍ਹਾ ਮਿਲੇਗਾ। ਪਰ ਇੱਕ ਦਰ ਸਾਨੂੰ ਖੁਲਵਾਉਣ ਵਾਸਤੇ ਬੇਨਤੀ ਕਰਨੀ ਪਏਗੀ। ਇੱਕ ਵਾਸਤੇ ਸਾਨੂੰ ਅਰਦਾਸ ਕਰਨੀ ਪਏਗੀ। ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਅਸੀਂ ਤੁਹਾਡੇ ਦਰ ਤੇ ਖਲੋਤੇ ਹਾਂ ਤੇ ਤੁਸੀਂ ਕਿਰਪਾ ਦਾ ਦਰਵਾਜ਼ਾ ਜਿਹੜਾ ਉਹ ਤੁਸੀਂ ਖੋਲ੍ਹੋ ਤੇ ਸਾਨੂੰ ਇਸ ਘਰ ਦੀ ਸਮਝ ਆ ਸਕੇ। ਕਿਉਂਕਿ ਘਰ ਦਾ ਅੰਦਰ ਤਾਂ ਹੀ ਸਾਨੂੰ ਪਤਾ ਲੱਗੇਗਾ ਜਦੋਂ ਦਰਵਾਜ਼ਾ ਖੁੱਲ੍ਹਾ। ਬਾਹਰੋਂ ਤੇ ਕੋਈ ਵੀ ਕਿਸੇ ਤਰ੍ਹਾਂ ਵੀ ਅੰਦਾਜ਼ਾ ਲਾ ਲਏਗਾ ਇਸ ਘਰ ਦੇ ਵਿੱਚ ਆਹ ਕੁਝ ਹੈ, ਆਹ ਕੁਝ ਨਹੀਂ ਹੈ। ਬਾਹਰੋਂ ਅੰਦਾਜ਼ੇ ਜਿੰਨੇ ਮਰਜ਼ੀ ਲਾਈ ਜਾਓ, ਪਰ ਘਰ ਦੀ ਸਮਝ ਉਦੋਂ ਆਉਣੀ ਹੈ ਜਦੋਂ ਦਰਵਾਜ਼ਾ ਖੁੱਲ੍ਹੇਗਾ। ਇਹੀ ਕਾਰਨ ਕਿ ਸਾਨੂੰ ਉਸ ਘਰ ਦੀ ਸਮਝ ਨਹੀਂ ਹੈ। ਪਰ ਦਰ ਤੇ ਬਾਹਰ ਖਲੋਤਾ ਜੋਗੀ ਵੀ ਦੱਸ ਰਿਹਾ ਹੈ, ਸੰਨਿਆਸੀ ਵੀ ਦੱਸ ਰਿਹਾ, ਬ੍ਰਹਮਚਾਰੀ ਵੀ ਦੱਸ ਰਿਹਾ, ਪੰਡਿਤ ਵੀ ਦੱਸ ਰਿਹਾ, ਗਿਆਨੀ ਵੀ ਦੱਸ ਰਿਹਾ। ਔਰ ਇਹੀ ਕਾਰਨ ਸੀ ਕਿ ਜਿੱਥੇ ਅਸੀਂ ਆਹ ਦਰ ਖਲਵਾਉਣਾ ਹੈ ਨਾ ਆ ਕੇ, ਉੱਥੇ ਸਾਹਿਬ ਜੀ ਕਹਿੰਦੇ ਤੂੰ ਇਹ ਸਮਝ ਕੇ ਚੱਲੀ ਵੀ ਪੰਡਿਤ ਕੌਣ ਹੈ, ਗਿਆਨੀ ਕੌਣ ਹੈ, ਬ੍ਰਹਮਚਾਰੀ ਕੌਣ ਹੈ, ਬ੍ਰਾਹਮਣ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ। ਇਹ ਸਾਰੀਆਂ ਗੱਲਾਂ ਤੂੰ ਸਮਝ ਕੇ ਚੱਲੇਗਾ, ਫਿਰ ਤੇਰਾ ਧਿਆਨ ਪਿੱਛੇ ਨੂੰ ਨਹੀਂ ਜਾਏਗਾ ਕਿ ਫਲਾਣਾ ਜੋਗੀ ਤੇ ਇਹ ਕਹਿੰਦਾ ਸੀ, ਫਲਾਣਾ ਪੰਡਤ ਤੇ ਆਹ ਕਹਿੰਦਾ ਸੀ, ਫਲਾਣਾ ਬ੍ਰਹਮ ਗਿਆਨੀ ਇਹ ਕਹਿੰਦਾ ਸੀ, ਫਲਾਣਾ ਗਿਆਨੀ ਇਹ ਕਹਿੰਦਾ ਸੀ। ਫਿਰ ਤੇਰਾ ਧਿਆਨ ਪਿੱਛੇ ਨੂੰ ਨਹੀਂ ਹੋਏਗਾ, ਕਿਉਂਕਿ ਤੈਨੂੰ ਸਾਰੀ ਸਮਝ ਆ ਜਾਏਗੀ
कि ज्ञानी किनू कहते हैं, पंडित किनू कहते हैं, ब्रह्म ज्ञानी किनू कहते, सारिया गल्लां क्लीयर करके फिर दरवाजा खोलना है। फिर सानू समझ आएगी उस दर ते उस घर की जिथे बैठ के वो सारियां दी संभाल करता है। हुण साडी सोच मंडल तो वो बाहर है, साडी पकड़ तो बाहर है, असीं उत्थे तक नहीं पहुँच सकते। ताई ते उत्थे आख्या सी जिथे तक पहुंचिया ना जावे अगम अगोचर, अगोचर दा अर्थ जिथे तक साडे ज्ञान इंद्रे पहुंच ही नहीं सकते। असीं साडे ज्ञान इंद्रे जिहड़े आ उत्थे आके फेल हो जाणगे, साडा ज्ञान फेल हो जाएगा। उहदे लई फिर सानू गुरु दे ज्ञान की लोड़ है। जिथे बाहर दी रोशनी सूरज दी मुक जाती है, उत्थे गुरबाणी दे सूरज दी रोशनी चाहिए है। जिथे आके देखो असी अपना घर बनाया, घर दे विच कई रूम कमरे हुंदे ने, कई कमरियां विच सूरज दा चानण आ जांदा है, कईयां विच नहीं आउंदा। जिथे तक सूरज दा प्रकाश हुंदा है उत्थे सानू वखरा बल्ब ट्यूब लाइट जगाउण दी लोड़ नहीं पैंदी, ते जिथे आके सूरज दा प्रकाश मुक जांदा है उस तो अगे सानू वखरा एक लाइट दा प्रबंध करना पैंदा है। इसे तरह जिथे आके सूरज दा प्रकाश मुक जाए उत्थे फिर गुरबाणी दा प्रकाश चाहिए। गुरबाणी इस जग में चानण, ये वो चानण है जिन्हें तुहानू दर ते घर दी सोझी देनी है। सूरज तां एक नहीं हज़ारां चढ़ जाण, पर हज़ारां सूरज दा हज़ारां गुणा प्रकाश होने के बावजूद भी तुहानू उस मालिक दे दर ते घर दी समझ नहीं आउणी। जे सो चंदा उगवहें सूरज चढ़े हजार, इते चानण होंदियां गुर बिन घोर अंधार। गुर बिन घोर अंधार, गुरु बिन समझ न आवे। जिथे मर्जी असी भटक लईए, आउणा फिर गुरु दुबारे ही पएगा, क्योंकि समझ ही इत्थे आके आउणी है। समर्थ गुरु पूरे गुरु दे दर ते आके ही अगले दर ते घर दी समझ आउणी है। दो गल्लां आपां कई बार विचार चुके हैं कि एक तां महाराज कहंदे ये जगत दी रचना झूठी है, दूसरी गल दी ये जग उस मालिक दी कोठड़ी है जिहदे विच वो वासा करदा है, जिहदे विच वो वसदा है। पर जे असीं आ कहीए सारा संसार ही उहदा घर ते दर है, पर ये ते बिनसनहार है, ये ते घटंत रूपं घटंत दीपं, ये ते घट रहा है, इते पल पल करके घट रहा है, पल पल करके घट रहा है। असीं भी पहला वध रहे हैं फिर घट रहे हैं, पर वो जिथे ओदा दर ते घर है वो सदा सलामत है। आपां पढ़ के आए हैं, तू सदा सलामत निरंकार। जिस दर घर विच बैठा वो अकाल पुरख वाहिगुरू, वो सदा सलामत है। ते उहनूं असीं ਜਿਹੜੀਆਂ ਉਹਦੀਆਂ ਬਖਸ਼ਿਸ਼ਾਂ ਸਾਨੂੰ ਬਹਿਰੂਨੀ ਤਲ ਤੇ ਮਿਲੀਆਂ ਨੇ, ਉਹਦਾ ਤਾਣ ਮਿਲਿਆ, ਉਹਦਾ ਬਲ ਮਿਲਿਆ, ਉਹਦੀਆਂ ਦਾਤਾਂ ਮਿਲੀਆਂ, ਅਸੀਂ ਉਹਨੂੰ ਵੇਖ ਵੇਖ ਕੇ, ਕੁਦਰਤ ਨੂੰ ਵੇਖ ਵੇਖ ਕੇ ਉਹਦੇ ਗੁਣ ਗਾ ਰਹੇ ਹਾਂ। ਇਹ ਵੀ ਆਪਾਂ ਵਿਚਾਰ ਕੇ ਆਏ ਹਾਂ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਕੋਈ ਉਹਦੀ ਦਿੱਤੀਆਂ ਦਾਤਾਂ ਦੀ ਨਿਸ਼ਾਨੀ ਜਿਹੜੀ ਆ ਵੇਖ ਕੇ, ਉਹਦੇ ਗੁਣ ਵੇਖ ਕੇ ਉਹਨੂੰ ਗਾ ਰਿਹਾ। अज फिर सतगुरु गुरु नानक साहब नूं पुछिया कि सतगुरु, हुण गुरु नानक साहब नूं क्यों पुछिया? क्योंकि गुरु नानक साहब नूं एक खिताब मिलिया है, जाहर पीर जगत गुरु बाबा। क्योंकि जिधर भी धन गुरु नानक साहब जी महाराज गए ने, भावें वो मक्का मदीना है, भावें वो कांशी हरद्वार है, जिधर भी सतगुरु महाराज, भावें वो सुमेर पर्वत वर्गे गोरखनाथ जोगियां दा टिकाणा है, भावें वो सन्यासी ने, जिन्ने भी गुरु नानक साहब नूं मिले आ, उन्होंने इक्को गल कही कि असीं ते भरम दे विच जी रहे सां। असीं सोचिया भी असीं रब दा दर ते घर पा लिया। नहीं, जदों तुहाडे नाल विचार वटांदरा साडा होया, तुहाडे नाल साडी गोश्ती होई, ते फिर तुहाडे नाल विचार करके गोश्ती करके पता लगा नहीं, असीं ते हजे तक उहदे दर घर तक पहुंचे ही नहीं हैं। हजे तक ते उहदे दर ते घर दी सानू समझ ही नहीं आई। तुसीं जो सानू समझाया, असीं कह सकदे हां धन नानक
ਤੇਰੀ ਵੱਡੀ ਕਮਾਈ, ਤੁਹਾਡੀ ਕਮਾਈ ਬਹੁਤ ਵੱਡੀ ਹੈ, ਇਸ ਲਈ ਅਸੀਂ ਹੋਰ ਕਿਸੇ ਨੂੰ ਨਹੀਂ ਤੁਹਾਨੂੰ ਪੁੱਛਦੇ ਹਾਂ, ਤੁਸੀਂ ਦੱਸੋ ਉਹਦਾ ਦਰ ਕੈਸਾ ਤੇ ਉਹਦਾ ਘਰ ਕੈਸਾ ਹੈ। ਕਿਉਂਕਿ ਤੁਹਾਨੂੰ ਉਸ ਦਰ ਘਰ ਦੀ ਸੋਚ, ਹੁਣ ਇੱਥੇ ਫਿਰ ਸਵਾਲ ਪੈਦਾ ਹੋਏਗਾ, ਕਿਉਂਕਿ ਇੱਥੇ ਖਲੋ ਕੇ ਕਲੀਅਰ ਕਰਨੀਆਂ ਪੈਣਗੀਆਂ ਗੱਲਾਂ ਕਿ ਅਸੀਂ ਗੁਰੂ ਸਾਹਿਬ ਨੂੰ ਸਵਾਲ ਕਿਉਂ ਕਰ ਰਹੇ ਹਾਂ। ਜਦ ਕਿ ਧਰਮ ਦੀ ਦੁਨੀਆ ਵਿੱਚ ਧਰਮੀ ਪੁਰਸ਼ ਬੜੀ ਚੋਟੀ ਦੇ ਬੈਠੇ ਹੋਏ ਨੇ, ਪਰ ਅਸੀਂ ਕਿਉਂ? ਕਿਉਂਕਿ ਇੱਥੇ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਦੀ ਹੈ ਨਾ, ਉੱਥੇ ਹੈ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਪਰਮੇਸ਼ਵਰ ਨੇ ਕਿਉਂਕਿ ਉਹਦਾ ਆਪਣਾ ਕੋਈ ਰੂਪ ਰੰਗ ਚਿਹ ਚੱਕਰ ਚਿਹਨ ਨਹੀਂ, ਉਹ ਤੇ ਨਿਰੰਕਾਰ ਆਕਾਰ ਤੋਂ ਰਹਿਤ ਹੈ। ਹੁਣ ਦੁਨੀਆ ਭਰਮ ਦੇ ਵਿੱਚ ਭਟਕਦੀ ਪਈ ਸੀ, ਕੁਰਾਹੇ ਪੈ ਗਈ, ਇਹਨੂੰ ਰਾਹ ਤੇ ਪਾਉਣ ਵਾਸਤੇ ਉਸ ਅਕਾਲ ਪੁਰਖ ਨੇ ਆਪਣਾ ਇੱਕ ਰੂਪ ਬਣਾਇਆ, ਜਿਹਦਾ ਨਾਮ ਹੈ ਧੰਨ ਗੁਰੂ ਨਾਨਕ ਸਾਹਿਬ। ਉਹ ਆਪ ਇਸ ਧਰਤੀ ਤੇ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸੂਰਜ ਤੇ ਪਹਿਲਾਂ ਵੀ ਨਿਕਲਦਾ ਸੀ, ਪਰ ਉਹ ਸੂਰਜ ਨੇ ਦਰ ਤੇ ਘਰ ਦੀ ਸੋਝੀ ਨਹੀਂ ਦਿੱਤੀ। ਆ ਜਦੋਂ ਸੱਚੇ ਸਤਿਗੁਰੂ ਸੱਚੇ ਗਿਆਨ ਦੇ ਰੂਪ ਵਿੱਚ ਨਾਨਕ ਪ੍ਰਗਟ ਹੋਏ, ਜਿਉਂ ਕਰ ਸੂਰਜ ਨਿਕਲ, ਜਦੋਂ ਆ ਸੱਚ ਦਾ ਸੂਰਜ ਨਿਕਲਿਆ ਤੇ ਜਿਹੜੇ ਕਰਮ ਕਾਂਡੀ ਤੇ ਵਹਿਮ ਭਰਮ ਵਿੱਚ ਪਾਉਣ ਵਾਲੇ ਸੀ ਉਹ ਅਲੋਪ ਹੋ ਗਏ, ਉਹ ਛੁਪ ਗਏ। ਕਿਉਂ? ਕਿਉਂਕਿ ਪਤਾ ਵੀ ਹੁਣ ਸੱਚ ਦੇ ਸਾਹਮਣੇ ਝੂਠ ਨਹੀਂ ਚੱਲਣਾ। ਹੁਣ ਇਹ ਸੱਚ ਆ ਗਿਆ, ਸੱਚ ਪ੍ਰਗਟ ਹੋ ਗਿਆ ਤੇ ਸੱਚ ਸਾਹਮਣੇ ਝੂਠ ਚੱਲਣਾ ਨਹੀਂ। ਠੀਕ ਹੈ, ਪਹਿਲਾਂ ਝੂਠ ਦੀਆਂ ਦੁਕਾਨਦਾਰੀਆਂ ਚੱਲਦੀਆਂ ਰਹੀਆਂ। ਕਿਉਂ ਚੱਲਦੀਆਂ ਰਹੀਆਂ? ਕਿਉਂਕਿ ਗਿਆਨ ਨਹੀਂ ਸੀ। ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਇਸ ਅੰਧੇਰੇ ਵਿੱਚ ਅੰਧਕਾਰ ਵਿੱਚ ਲੁਕਾਈ ਵਿਕੁੰਨੀ ਹੋਈ ਪਈ ਸੀ, ਪਰੇਸ਼ਾਨ ਕਿ ਕੋਈ ਵੀ ਐਸਾ ਇਸ ਧਰਤੀ ਤੇ ਨਹੀਂ ਜਿਹੜਾ ਸਾਨੂੰ ਅਸਲ ਦਰ ਤੇ ਘਰ ਨਾਲ ਜੋੜ ਸਕੇ। ਕਿਸੇ ਜੰਗਲ ਨਾਲ ਜੋੜਿਆ, ਕਿਸੇ ਪਹਾੜ ਨਾਲ ਜੋੜਿਆ, ਕਿਸੇ ਪਾਣੀ ਨਾਲ ਜੋੜਿਆ, ਕਿਸੇ ਮਿੱਟੀ ਨਾਲ, ਕਿਸੇ ਨੇ ਪੱਥਰ ਨਾਲ, ਕਿਸੇ ਨੇ ਕਿਸੇ ਨੇ ਦੇਹ ਨਾਲ ਜੋੜਿਆ, ਕਿਸੇ ਨੇ ਕਿ ਸੁਆਹ ਨਾਲ, ਕਿਸੇ ਨੇ ਧਾਗੇ, ਕਿਸੇ ਪਤਾ ਹੀ ਨਹੀਂ ਕਿੰਨਿਆਂ ਨਾਲ ਜੋੜ ਦਿੱਤਾ, ਪਰ ਜਿਹਦੇ ਨਾਲ ਜੋੜਨਾ ਸੀ ਉਹਦੇ ਨਾਲ ਫਿਰ ਨਹੀਂ ਜੁੜੇ। ਇਸ ਵਾਸਤੇ ਅਸੀਂ ਸਵਾਲ ਧੰਨ ਗੁਰੂ ਨਾਨਕ ਸਾਹਿਬ ਨੂੰ ਕੀਤਾ, ਔਰ ਕੇਵਲ ਅਸੀਂ ਨਹੀਂ ਕੀਤਾ, ਜਿਹੜਾ ਵੀ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਜਿਹਨੂੰ ਵੀ ਸਮਝ ਆਈ, ਉਹਨੇ ਆਖਿਆ ਗੁਰੂ ਨਾਨਕ ਸਾਹਿਬ ਤੁਸੀਂ ਦੱਸੋ ਉਹਦਾ ਦਰ ਕੈਸਾ ਤੇ ਉਹਦਾ ਘਰ ਕੈਸਾ ਹੈ। ਅਸੀਂ ਉਹਦੇ ਦਰ ਘਰ ਦੇ ਨਾਲ ਜੁੜਨਾ ਚਾਹੁੰਦੇ, ਕਿਉਂਕਿ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਇਸ ਵਾਸਤੇ ਹੈ ਕਿ ਅਸੀਂ ਉਹਦੇ ਦਰ ਘਰ ਨਾਲ ਜਿਹੜੇ ਜੁੜ ਗਏ, ਜਿਨ੍ਹਾਂ ਨੂੰ ਸਮਝ ਆ ਗਈ। ਬਾਬਾ ਫਰੀਦ ਸਾਹਿਬ ਨੂੰ ਸਮਝ ਆ ਗਈ, ਉਹ ਕਹਿੰਦੇ ਮਾਲਕਾ ਜੇ ਹੁਣ ਤੂੰ ਆਪਣਾ ਦਰ ਦਿਖਾਇਆ ਹੈ ਨਾ, ਤੇ ਹੁਣ ਮੈਨੂੰ ਆਪਣੇ ਦਰ ਤੋਂ ਉਠਾ ਕੇ ਕਿਸੇ ਹੋਰ ਦੇ ਦਰ ਤੇ ਨਾ ਲੈ ਜਾਈ, ਕਿਉਂਕਿ ਹੁਣ ਮੈਂ ਤੇਰੇ ਦਰ ਤੋਂ ਉੱਠ ਕੇ ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ। ਮੈਂ ਤੁਹਾਡੇ ਦਰਵਾਜ਼ੇ ਤੋਂ ਉੱਠ ਕੇ ਕਿਸੇ ਹੋਰ ਦੇ ਦਰਵਾਜ਼ੇ ਨਹੀਂ ਜਾਣਾ, ਕਿਉਂਕਿ ਮੈਨੂੰ ਹੁਣ ਤੇ ਇਸ ਦਰ ਦੀ ਸੋਝੀ ਆਈ ਹੈ। ਦੇਖੋ, ਇੱਕ ਪਾਸੇ ਉਹ ਕਹਿ ਰਹੇ ਨੇ ਕਿ ਜੰਗਲ ਦੇ ਵਿੱਚ ਭਟਕਦਿਆਂ ਹਾਲਤ ਇਹ ਹੋ ਚੁੱਕੀ ਹੈ ਕਿ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ। ਜੰਗਲ ਕਿਆ ਟੁੰਡੇ, ਵਸੀ ਰੱਬ ਹਿਆਲੀ ਹੈ। ਇਹਦਾ ਮਤਲਬ ਜਿੱਥੇ ਰੱਬ ਹਿਆਲੀ ਹੈ, ਹਿਰਦੇ 'ਚ ਵਸਦਾ, ਉਹਦੇ ਦਰ ਤੇ ਪਹੁੰਚ ਗਏ ਬਾਬਾ ਫਰੀਦ ਸਾਹਿਬ। ਤੇ ਉਹਦੇ ਦਰ ਤੇ ਪਹੁੰਚ ਕੇ ਕਹਿੰਦੇ ਬਾਰ ਪਰਾਇਐ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਮੈਂ ਰੱਖ ਸੀ ਜਿਉ ਸ਼ਰੀਰੋ ਲੈ। ਜੇ ਮੇਰੇ ਮਾਲਕਾ ਪਹਿਲਾਂ ਮੈਂ ਭਟਕਦਾ ਰਿਹਾ ਤੇ ਹਾਲਤ ਮੇਰੀ ਇਹ ਹੋ ਗਈ ਕਿ ਮੈਨੂੰ ਆਸਾ ਤ੍ਰਿਸ਼ਨਾ ਰੂਪੀ ਕਾਵਾਂ ਨੇ ਨੋਚ ਖਾ ਲਿਆ। ਮੈਨੂੰ ਉਹਨਾਂ ਨੂੰ ਹਾਰ ਕੇ ਕਹਿਣਾ ਪਿਆ, ਇਹ ਦੋਏ ਨਾ ਮਤ ਛੂਹੋ ਫਿਰ ਦੇਖਣ ਕੀ ਆਸ। ਮੈਨੂੰ ਉਹਨਾਂ ਆਸਾ ਤ੍ਰਿਸ਼ਨਾ ਰੂਪੀ ਕਾਵਾਂ ਨੂੰ ਕਹਿਣਾ ਪਿਆ ਵੀ ਹੁਣ ਤੇ ਬਸ ਕਰੋ, ਤੁਸੀਂ ਮੈਨੂੰ ਕਿੰਨਾ ਕੁ ਨੋਚ ਕੇ ਖਾਓਗੇ, ਹੁਣ ਤੇ ਮੈਨੂੰ ਸਬਰ ਸੰਤੋਖੀ ਵਾਲਾ ਜੀਵਨ ਬਣਾ ਲੈਣ ਦਿਓ। ਕਾਂ ਕਿਹੜੇ ਸੀ? ਆਸਾ ਤੇ ਤ੍ਰਿਸ਼ਨਾ। ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਓ ਫਿਰ ਦੇਖਣ ਕੀ ਆਸ। ਕਹਿੰਦੇ ਮੈਂ ਆਸਾ ਤੇ ਤ੍ਰਿਸ਼ਨਾ ਰੂਪੀ ਕਾਵਾਂ ਨੂੰ
ਅੰਦਰੋਂ ਆਵਾਜ਼ ਮਾਰ ਕੇ ਆਖਿਆ ਵੀ ਬਸ ਕਰੋ, ਮੈਨੂੰ ਸਬਰ ਤੇ ਸੰਤੋਖੀ ਹੋ ਲੈਣ ਦਿਓ, ਕਿਉਂਕਿ ਆਸਾ ਤ੍ਰਿਸ਼ਨਾ ਵਿੱਚ ਮੈਨੂੰ ਉਹਦਾ ਦਰ ਨਹੀਂ ਮਿਲਣਾ, ਸਬਰ ਤੇ ਸੰਤੋਖ ਵਿੱਚ ਉਹਦੇ ਦਰ ਤੱਕ ਪਹੁੰਚਿਆ ਜਾਣਾ। ਤੇ ਹੁਣ ਜੇ ਮਾਲਕ ਮੈਂ ਇੰਨਾ ਕੁਝ ਸਹਿ ਕੇ, ਇੰਨਾ ਕੁਝ ਸਹਾਰ ਕੇ ਤੇਰੇ ਦਰ ਤੇ ਆਇਆ, ਹੁਣ ਮੈਨੂੰ ਕਿਸੇ ਪਰਾਏ ਦੇ ਦਰਵਾਜ਼ੇ ਤੇ ਨਹੀਂ ਬਿਠਾਣਾ। ਹੁਣ ਮੈਂ ਬਾਹਰ ਜਿੰਨੇ ਵੀ ਆ ਦਰ ਬਣੇ ਨੇ, ਇਹਨਾਂ ਦੇ ਦਰ ਤੇ ਨਹੀਂ ਮੈਂ ਬਹਿਣਾ। ਹੁਣ ਜੇ ਤੂੰ ਮੈਨੂੰ ਫਿਰ ਉਹਨਾਂ ਦੇ ਦਰ ਤੇ ਬਿਠਾਉਣਾ ਤੇ ਇਹਦੇ ਨਾਲੋਂ ਜਿੰਦ ਕੱਢ ਲਈ, ਇਹਦੇ ਵਿੱਚ ਮੇਰਾ ਭਲਾ ਹੋਵੇਗਾ, ਪਰ ਮੈਂ ਇੱਕ ਦਾ ਦਰ ਛੱਡ ਕੇ ਦੂਜੇ ਦੇ ਦਰ ਤੇ ਨਹੀਂ ਜਾਣਾ। ਜਿਹਨੂੰ ਸਮਝ ਆ ਗਈ। ਇਸ ਲਈ ਧੰਨ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਮਹਾਰਾਜ ਜੀ ਦੱਸੋ, ਤੁਸੀਂ ਹੁਣ ਤੱਕ ਦੀ ਜਿਹੜੀ ਆਪਾਂ ਵਿਚਾਰ ਸਰਵਣ ਕਰਕੇ ਆਏ ਆ, ਇੱਥੇ ਤੱਕ ਆਉਂਦਿਆਂ ਹੁਣ ਉਸ ਮਾਲਕ ਦੇ ਦਰ ਤੇ ਘਰ ਦੀ ਸਮਝ ਲੈ ਕੇ ਉਹਦੇ ਵਿੱਚ ਅਸੀਂ ਸਦਾ ਲਈ ਪ੍ਰਵੇਸ਼ ਕਰਕੇ ਆਵਾਗਮਨ ਨੂੰ ਮਿਟਾਉਣਾ ਹੈ, ਜੰਮਣ ਔਰ ਮਰਨ ਨੂੰ ਮਿਟਾਉਣਾ ਹੈ। ਫਿਰ ਸਵਾਲ ਕੀਤਾ, ਸੋ ਦਰ ਕੇਹਾ, ਉਹ ਦਰ ਕੈਸਾ ਹੈ? ਦਰ ਦਰਵਾਜ਼ਾ। ਸੋ ਘਰ ਕੇਹਾ, ਉਹ ਘਰ ਕੈਸਾ ਹੈ? ਜਿਤ ਬਹਿ ਸਰਬ ਸੰਭਾਲੇ, ਜਿਤ ਜਿੱਥੇ ਬੈਠ ਕੇ ਉਹ ਸਾਰਿਆਂ ਦੀ ਸੰਭਾਲ ਜਿਹੜੀ ਹੈ ਉਹ ਕਰ ਰਿਹਾ। ਗੁਰਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਹੁਣ ਤੱਕ ਆਪਾਂ ਨੂੰ ਇੱਕ ਗੱਲ ਤੇ ਸਮਝ ਆ ਗਈ ਕਿ ਉਹ ਕਿੱਥੇ ਬੈਠਾ ਹੈ। ਉਹ ਬੈਠਾ ਸਾਡੇ ਹਿਰਦੇ ਦੇ ਵਿੱਚ ਹੈ, ਉਹ ਸਾਡੇ ਦਿਲ ਦੇ ਵਿੱਚ ਬੈਠਾ ਹੋਇਆ ਹੈ। ਇੱਕ ਵੀ ਜਿਹਨੂੰ ਸਮਝ ਆਈ ਨਾ ਉਹਦੇ ਦਰ ਘਰ ਦੀ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਦਿੱਤੀ ਹੈ। ਇਹ ਵੀ ਆਪ ਜੀ ਸਾਰੇ ਸੂਝਵਾਨ ਹੋ, ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਥਾਂ ਮਿਲੀ ਹੈ ਜਿਨ੍ਹਾਂ ਨੇ ਉਹਦੇ ਦਰ ਤੇ ਘਰ ਨੂੰ ਸਮਝਿਆ, ਜਿਨ੍ਹਾਂ ਨੇ ਉਹਦੇ ਦਰ ਘਰ ਦੀ ਸਿਰਫ ਬਾਤਾਂ ਹੀ ਕੀਤੀਆਂ। ਤੇ ਮਹਾਰਾਜ ਕਹਿੰਦੇ ਗੱਲੀ ਜੋਗ ਨਾ ਹੋਈ, ਆ ਗੱਲਾਂ ਨਾਲ ਨਹੀਂ ਦਰ ਘਰ ਮਿਲਦਾ। ਗੱਲਾਂ ਨਾਲ ਤੇ ਬੜਾ ਕੁਛ ਅਸੀਂ ਪਾ ਲੈਂਦੇ ਹਾਂ, ਪਰ ਸਾਹਿਬ ਕਹਿੰਦੇ ਗੱਲਾਂ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਨਹੀਂ ਦਿੱਤੀ ਹੋਈ। ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਉਹਨਾਂ ਨੂੰ ਦਿੱਤੀ ਹੈ ਜਿਨ੍ਹਾਂ ਨੇ ਆਖਿਆ, ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਉਹ ਜਿਹੜਾ ਦਿਲ ਭੀਤਰ ਹੈ ਨਾ, ਉੱਥੇ ਦਾ ਕਿਵਾਰ, ਉੱਥੇ ਦਾ ਦਰ ਖੁੱਲ੍ਹਣਾ, ਤੇ ਅਸੀਂ ਉੱਥੇ ਜਾ ਕੇ ਸੁਰਤ ਮਨ ਬੁੱਧ ਕਰਕੇ ਉੱਥੇ ਸਮਾਉਣਾ, ਤਾਂ ਜਾ ਕੇ ਅਸੀਂ ਉਸ ਘਰ ਦੇ ਵਿੱਚ ਆਪਣੀ ਢੋਈ ਬਣਾ ਸਕਦੇ ਹਾਂ, ਥਾਂ ਬਣਾ ਸਕਦੇ ਹਾਂ। ਇਸ ਲਈ ਮਹਾਰਾਜ ਜੀ ਸਾਨੂੰ ਪਹਿਲਾਂ ਇਹ ਦੱਸੋ ਕਿ ਉਹ ਦਰ ਕੈਸਾ, ਉਹ ਘਰ ਕੈਸਾ ਹੈ ਜਿੱਥੇ ਬੈਠ ਕੇ ਉਹ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ। ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣ ਹਾਰੇ। ਧੰਨ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤਾ ਸਾਡੇ ਸਵਾਲ ਦਾ ਜਵਾਬ ਦੇਣਾ। ਸਾਹਿਬ ਕਹਿੰਦੇ ਵਾਜੇ ਨਾਦ, ਨਾਦ ਦਾ ਅਰਥ ਹੁੰਦਾ ਹੈ ਧੁਨੀ, ਆਵਾਜ਼। ਜਿਵੇਂ ਜਿੰਨੀਆਂ ਵੀ ਤੁਸੀਂ ਜੂਨਾਂ ਦੇਖ ਰਹੇ ਹੋ ਨਾ, ਹਰ ਇੱਕ ਦੇ ਅੰਦਰੋਂ ਇੱਕ ਨਾਦ, ਇੱਕ ਆਵਾਜ਼ ਆਉਂਦੀ ਹੈ। ਜਿਵੇਂ ਹੁਣ ਦਾਸ ਬੋਲ ਰਿਹਾ, ਇਹ ਆਵਾਜ਼ ਹੈ ਨਾ, ਇਹ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ, ਇਹ ਵੀ ਤੇ ਇੱਕ ਧੁਨੀ ਹੈ, ਇੱਕ ਨਾਦ ਮੈਨੇ ਇੱਕ ਆਵਾਜ਼ ਹੈ। ਹੁਣ ਇਹ ਜਿਹੜੀ ਆਵਾਜ਼ ਹੈ, ਇਹ ਵੀ ਤਾਂ ਇੱਕ ਅੰਦਰੋਂ ਆ ਰਹੀ ਹੈ, ਜਿਹੜੀ ਨਾਭੀ ਨਾਲ ਟਕਰਾ ਕੇ ਆ ਰਹੀ ਹੈ। ਨਾਭੀ, ਜਦੋਂ ਅਸੀਂ ਸਾਹ ਅੰਦਰ ਭਰਦੇ ਹਾਂ ਨਾ, ਤੇ ਸਾਹ ਅੰਦਰ ਜਿਹੜਾ ਭਰਿਆ ਉਹ ਸਾਡੀ ਨਾਭੀ ਨਾਲ ਜਾ ਕੇ ਟਕਰਾਉਣਾ, ਟਕਰਾਇਆ ਹੋਇਆ ਜਿਹੜਾ ਸਵਾਸ ਹੈ ਬਾਹਰ ਨਿਕਲਦਾ ਤੇ ਉਹ ਨਾਦ ਬਣਦਾ। ਤੁਸੀਂ ਦੇਖੋ ਜਿੰਨੇ ਵੀ ਆ ਸਾਜ਼ ਨੇ ਨਾ, ਜਿੰਨੇ ਵੀ ਆਪਾਂ ਸਾਜ਼ ਵੇਖ ਰਹੇ ਹਾਂ, ਇਹ ਸਾਰਿਆਂ ਦੀ ਬਣਤਰ ਕਦੋਂ ਹੋਈ ਹੈ? ਜਿਹਨੂੰ ਅਧਿਆਤਮਕ ਗਿਆਨ ਹੋਇਆ। ਅਧਿਆਤਮਕ ਗਿਆਨ ਵਾਲੇ ਨੇ ਬਾਹਰੋਂ ਸਾਜ਼ ਪ੍ਰਗਟ ਕਰ ਦਿੱਤੇ ਹੈ। ਔਰ ਜਿੰਨੇ ਵੀ ਆਏ ਨੇ ਧਰਤੀ ਉੱਤੇ, ਪੀਰ ਪੈਗੰਬਰ ਆਏ, ਔਲੀਏ ਅਵਤਾਰ ਆਏ, ਜਿੰਨੇ ਵੀ ਆਏ, ਹਰ ਇੱਕ ਦੇ ਹੱਥ ਵਿੱਚ ਇੱਕ ਇੱਕ ਤੁਸੀਂ ਸਾਜ਼ ਵੇਖੋਗੇ। ਕਿਉਂ? ਕਿਉਂਕਿ ਉਹ ਸਾਜ਼ ਦਾ ਜਨਮ ਹੀ ਅੰਦਰ ਅਧਿਆਤਮਕ ਗਿਆਨ ਵਿੱਚੋਂ ਹੋਇਆ। ਹੁਣ ਆਹ ਹਾਰਮੋਨੀਅਮ ਹੈ, ਹਾਰਮੋਨੀਅਮ ਦੇਖੋ, ਸੁਰ ਅਸੀਂ ਉਹਦੀ ਜਿਹੜੀ ਸੁਰ ਹੈ ਉਹਦੇ ਤੇ ਉਂਗਲ ਰੱਖਦੇ ਹਾਂ, ਪਰ ਕੱਲੀ ਉਂਗਲ ਰੱਖਣ ਨਾਲ ਤੇ ਨਹੀਂ ਉਹਦੇ ਵਿੱਚੋਂ ਆਵਾਜ਼ ਆਉਂਦੀ।
ਬਕਾਇਦਾ ਉਹਦਾ ਇੱਕ ਪੱਖਾ ਹੈ ਜਿਹੜਾ ਮਾਰਨਾ ਪੈਂਦਾ। ਉਹ ਜਦੋਂ ਪੱਖਾ ਉਹਦਾ ਤੁਸੀਂ ਮਾਰੋਗੇ ਉਹਦੇ ਵਿੱਚ ਹਵਾ ਭਰੇਗੀ। ਉਹ ਹਵਾ ਜਦੋਂ ਭਰੀ ਹੋਈ ਉਸ ਸੁਰ ਨਾਲ ਜਦੋਂ ਟਕਰਾਉਂਦੀ ਹੈ ਤਾਂ ਜਾ ਕੇ ਉਹਦੇ ਵਿੱਚੋਂ ਸਾ ਰੇ ਗਾ ਮਾਂ ਪਾ ਦੀ ਆਵਾਜ਼ ਆਉਂਦੀ ਹੈ। ਤੁਸੀਂ ਇਕੱਲੇ ਸੁਰ ਤੇ ਹੱਥ ਰੱਖੀ ਜਾਓ, ਆਵਾਜ਼ ਆਉਣੀ ਕੋਈ ਨਹੀਂ। ਉਹ ਕਦੋਂ ਆਏਗੀ? ਜਦੋਂ ਉਹਦੇ ਵਿੱਚ ਹਵਾ ਭਰੇਗੀ। ਬਾਂਸੁਰੀ ਹੈ, ਬਾਂਸੁਰੀ ਜਿਹੜੀ ਆ ਉਹਦੇ ਵਿੱਚ ਫੂਕ ਮਾਰੋਗੇ, ਹਵਾ ਭਰੋਗੇ ਤਾਂ ਉਹਦੇ ਵਿੱਚੋਂ ਦੀ ਨਾਦ ਉਤਪੰਨ ਹੋਣਾ ਹੈ, ਤਾਂ ਉਹਦੇ ਵਿੱਚੋਂ ਆਵਾਜ਼ ਉਤਪੰਨ ਹੋਣੀ ਹੈ। ਤੇ ਜਿੰਨਾ ਚਿਰ ਤੁਸੀਂ ਉਹਦੇ ਵਿੱਚ ਹਵਾ ਫੂਕ ਨਹੀਂ ਮਾਰੋਗੇ ਉਹਦੇ ਵਿੱਚੋਂ ਆਵਾਜ਼ ਉਤਪੰਨ ਹੋ ਹੀ ਨਹੀਂ ਸਕਦੀ। ਤਬਲਾ ਅਸੀਂ ਲਿਆ ਕੇ ਰੱਖ ਦਈਏ ਆਪਣੇ ਆਪ ਤੇ ਨਹੀਂ ਉਹ ਨਾਦ ਉਹਦੇ ਵਿੱਚੋਂ ਨਿਕਲਣਾ। ਆਵਾਜ਼ ਕਦੋਂ? ਜਦੋਂ ਉਹਦੇ ਉੱਤੇ ਅਸੀਂ ਚੋਟ ਮਾਰਾਂਗੇ, ਉਹਦੇ ਨਾਲ ਅਸੀਂ ਆਪਣੇ ਹੱਥ ਨੂੰ ਟੱਚ ਕਰਾਂਗੇ। ਇਸੇ ਤਰ੍ਹਾਂ ਜਦੋਂ ਸਾਡੀ ਨਾਭੀ ਨਾਲ ਸਾਹ ਜਾ ਕੇ ਟਕਰਾਉਂਦਾ ਹੈ ਤੇ ਉਹ ਜਦੋਂ ਬਾਹਰ ਆਉਂਦਾ, ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਆਪ ਜੀ ਨਾਲ, ਆਪ ਜੀ ਨੂੰ ਚੇਤੇ ਹੋਏਗਾ ਕਿ ਅਸੀਂ ਸਾਹ ਅੰਦਰ ਲਈਏ ਤੇ ਨਹੀਂ ਬੋਲ ਸਕਦੇ। ਪ੍ਰੈਕਟੀਕਲ ਕਰਕੇ ਵੇਖਿਓ, ਸਾਹ ਅੰਦਰ ਲੈ ਜਾਂਦੇ ਆ ਤੁਸੀਂ ਨਹੀਂ ਬੋਲ ਸਕਦੇ ਕਿਉਂਕਿ ਹਜੇ ਸਾਹ ਅੰਦਰ ਨਾਭੀ ਤੱਕ ਪਹੁੰਚਿਆ ਨਹੀਂ। ਹਾਂ, ਅੰਦਰੋਂ ਟਕਰਾਇਆ ਹੋਇਆ ਸਾਹ ਬਾਹਰ ਆਉਂਦਾ ਫਿਰ ਆਵਾਜ਼ ਨਿਕਲਦੀ ਹੈ। ਇਹਨੂੰ ਪ੍ਰੈਕਟੀਕਲ ਕਰਕੇ ਵੇਖਿਓ, ਸਾਹ ਅੰਦਰ ਭਰਦਿਆਂ ਤੁਸੀਂ ਨਹੀਂ ਬੋਲ ਸਕਦੇ। ਜਦੋਂ ਭਰਿਆ ਸਾਹ ਬਾਹਰ ਆਏਗਾ ਉਦੋਂ ਤੁਹਾਡੇ ਅੰਦਰੋਂ ਨਾਦ, ਇਹ ਧੁਨ, ਇਹ ਆਵਾਜ਼ ਉਤਪੰਨ ਹੋ ਕੇ ਤੁਹਾਡੇ ਮੁਖ ਤੋਂ ਬਾਹਰ ਆਏਗੀ ਆਵਾਜ਼। ਇਹ ਜਿੰਨੇ ਵੀ ਜੀਵ ਜੰਤੂ ਵੇਖ ਰਹੇ ਹਾਂ ਆਪਾਂ, ਜਿੰਨੇ ਵੀ ਜੀਵ ਅਸੀਂ ਵੇਖ ਰਹੇ ਹਾਂ, ਸਾਰਿਆਂ ਦੇ ਵਿੱਚੋਂ ਇੱਕ ਨਾਦ ਉਤਪੰਨ ਹੁੰਦਾ ਹੈ। ਔਰ ਇਹ ਹੈ ਕਿ ਹਰ ਇੱਕ ਦਾ ਵੱਖਰਾ ਵੱਖਰਾ ਨਾਦ ਹੈ। ਪਸ਼ੂ ਦਾ ਆਪਣਾ, ਪੰਛੀ ਦਾ ਆਪਣਾ, ਜਾਨਵਰ ਦਾ ਆਪਣਾ, ਔਰ ਮਨੁੱਖ ਦੇ ਕੋਲ ਅੱਖਰਾਂ ਦੀ ਪਛਾਣ ਆ ਗਈ, ਇਹਨੂੰ ਬੋਲਣ ਦੀ ਜਾਚ ਆ ਗਈ। ਪਰ ਬੋਲਿਆ ਵੀ ਤਾਂ ਹੀ, ਅੱਖਰ ਵੀ ਤਾਂ ਹੀ ਜੋੜ ਕੇ ਬੋਲਾਂਗੇ ਜੇ ਅੰਦਰੋਂ ਨਾਦ ਅੰਦਰੋਂ ਉਤਪੰਨ ਹੋਏਗਾ। ਹੁਣ ਉਹ ਅਨੰਤ ਇਸ ਤਰ੍ਹਾਂ ਦੇ ਕਹਿਣ ਲੱਗੇ ਵਾਜੇ ਜਿਹੜੇ ਆ ਉਹ ਵੱਜ ਰਹੇ ਨੇ, ਪਰ ਉਹਨਾਂ ਨੂੰ ਵਜਾਉਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਪਰਮੇਸ਼ਵਰ। ਸਾਹਿਬ ਜੀ ਕਹਿੰਦੇ ਮੈਂ ਵੇਖ ਰਿਹਾ ਇਹ ਵਾਜੇ ਨਾਦ ਅਨੇਕ ਅਸੰਖਾ, ਜਿੱਥੇ ਸੰਖਿਆ ਮੁੱਕ ਜਾਂਦੀ ਹੈ, ਜਿੱਥੇ ਸਾਡੀ ਜਿਹੜੀਆਂ ਗਿਆਨ ਇੰਦਰੇ ਜਾ ਕੇ ਜਿੱਥੇ ਰੁਕ ਜਾਂਦੇ ਨੇ, ਕਹਿੰਦੇ ਅਨੰਤ ਹੀ ਜਿਹੜੇ ਨੇ ਵਾਜੇ ਵੱਜ ਰਹੇ ਨੇ ਤੇ ਉਹਨਾਂ ਵਿੱਚੋਂ ਦੀ ਨਾਦ ਧੁਨੀ ਉਤਪੰਨ ਜਿਹੜੀ ਆ ਉਹ ਹੋ ਰਹੀ ਹੈ। ਕੇਤੇ ਵਾਵਣ ਹਾਰੇ, ਇੱਕ ਤਾਂ ਅੰਦਰ ਦੇ ਨਾਦ ਵੱਜ ਰਹੇ ਨੇ, ਵਜਾਉਣ ਵਾਲਾ ਉਹ ਆਪ ਪਰਮੇਸ਼ਵਰ ਹੈ। ਔਰ ਇੱਕ ਬਾਹਰ, ਜਿਹੜੇ ਬਾਹਰ ਦੇ ਸਾਜ਼ਾਂ ਦਾ ਕਹਿੰਦੇ ਨੇ ਬਣਤਰ ਬਣਾਈ ਗਈ। ਜ਼ਿਕਰ ਕਰ ਰਿਹਾ ਸੀ ਕਿ ਹਰ ਇੱਕ ਦੇ ਹੱਥ ਵਿੱਚ ਸਾਜ਼ ਵੇਖੋਗੇ ਤੁਸੀਂ, ਈਵਨ ਜਿੰਨੇ ਭਗਤ ਹੋਏ ਨੇ ਉਹਨਾਂ ਭਗਤਾਂ ਦੇ ਹੱਥ ਵਿੱਚ ਵੀ ਇੱਕ ਸਾਜ਼ ਦਿਖਾਈ ਦੇਗਾ। ਗੁਰੂ ਨਾਨਕ ਸਾਹਿਬ ਵੀ ਤੁਰੇ ਨੇ ਤੇ ਇੱਕ ਸਾਜ਼ ਲੈ ਕੇ ਤੁਰੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਜੇ ਚੱਲਣਾ ਚਾਹੁੰਦੇ ਤੇ ਇਕੱਲੇ ਵੀ ਤੁਰ ਸਕਦੇ ਸੀ, ਪਰ ਨਹੀਂ, ਉਹਨਾਂ ਆਖਿਆ ਭਾਈ ਮਰਦਾਨਾ ਜੀ ਨੂੰ ਕਿ ਤੁਸੀਂ ਰਬਾਬ ਆਪਣੇ ਹੱਥ ਦੇ ਵਿੱਚ ਪਕੜੋ ਤੇ ਤੁਰੋ। ਜਦੋਂ ਧੁਰੋਂ ਉਹਦੀ ਬਾਣੀ ਆਏਗੀ ਤੇ ਉਹਨੂੰ ਆਪਾਂ ਰਲ ਕੇ ਗਾਉਣਾ ਹੈ। ਤੇ ਗਾਉਣਾ ਕਿਹਦੇ ਹੈ? ਉਸ ਰਬਾਬ ਦੀ ਧੁਨ ਤੇ ਗਾਉਣਾ ਹੈ, ਉਹਦੇ ਨਾਲ ਸੁਰ ਮਿਲਾ ਕੇ ਗਾਉਣਾ ਹੈ ਤੇ ਉਹਦੇ ਵਿੱਚ ਰਸ ਆਏਗਾ, ਆਨੰਦ ਆਏਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਸਰੰਦਾ ਲੈ ਕੇ ਕੀਰਤਨ ਕਰਦੇ ਰਹੇ ਨੇ, ਔਰ ਬਾ ਕਮਾਲ ਕੀਰਤਨ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ। ਆਪ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਵੇਖਾਂਗੇ ਤਾਂ ਆਪ ਗੁਰੂ ਸਾਹਿਬ ਜੀ ਕੀਰਤਨ ਕਰਦੇ ਰਹੇ ਨੇ। ਸਮੇਂ ਦੇ ਮੁਤਾਬਕ ਪੁਰਾਤਨ ਸਾਜ਼ ਅਲੋਪ ਹੋ ਗਏ, ਨਵੀਂ ਤਕਨੀਕਾਂ ਆ ਗਈਆਂ ਤੇ ਨਵੀਂ ਬਣਤਰ ਸਾਜ਼ਾਂ ਦੀ ਆ ਗਈ। ਅੱਜ ਨਵੇਂ ਸਾਜ਼ ਦਿਖਾਈ ਦਿੰਦੇ ਆ, ਪੁਰਾਤਨ ਅਲੋਪ ਹੋਏ। ਪਰ ਯਤਨ ਕੀਤਾ ਗਿਆ ਕਿ ਗੁਰੂ ਘਰ ਦੇ ਵਿੱਚ ਕਮ ਸੇ ਕਮ ਜਿਹੜਾ ਕੀਰਤਨ ਰਬਾਬ ਨਾਲ ਗੁਰੂ ਸਾਹਿਬ ਨੇ, ਸਰੰਦੇ ਦੇ ਨਾਲ, ਤਾਨਪੁਰੇ ਨਾਲ ਜਿਹੜਾ ਗੁਰੂ ਸਾਹਿਬ ਨੇ ਆਰੰਭ ਕਰਵਾਇਆ, ਸਾਡਾ ਇਹ ਕੀਰਤਨ ਅਲੋਪ ਨਾ ਹੋ ਜਾਏ। ਸਾਨੂੰ ਕਮ ਸੇ ਕਮ ਰਬਾਬ, ਤਾਨਪੁਰਾ, ਇਹ ਸਰੰਦਾ, ਇਹਦੇ ਨਾਲ ਕਮ ਸੇ ਕਮ ਸਾਨੂੰ ਗੁਰਬਾਣੀ ਕੀਰਤਨ ਜਿਹੜਾ ਇਹ ਜਾਰੀ ਰੱਖਣਾ ਚਾਹੀਦਾ ਹੈ। ਉਹ ਕਿਉਂ? ਕਿਉਂਕਿ ਪਤਾ ਲੱਗੇ ਕਿ ਅਸਲ ਕੀਰਤਨ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਜ਼ ਦਾ ਆਸਰਾ ਲੈ ਕੇ ਸ਼ੁਰੂ ਕੀਤਾ, ਉਹ ਪੁਰਾਤਨ ਸਾਜ਼ ਕਿਹੜੇ ਸੀ। ਸਮੇਂ ਦੇ ਨਾਲ ਕੁਝ ਨਾਮ ਅਲੋਪ ਹੋ ਗਏ, ਕਿਉਂਕਿ ਸਾਜ਼ ਅਲੋਪ ਹੋ ਗਏ ਤੇ ਨਾਮ ਵੀ ਅਲੋਪ ਹੋ ਗਏ।
ਪਰ ਲੋੜ ਹੈ ਸਾਨੂੰ ਉਹਨਾਂ ਪੁਰਾਤਨ ਚੀਜ਼ਾਂ ਨੂੰ ਸੰਭਾਲਣ ਦੀ, ਕਿਉਂਕਿ ਅਜੋਕੀ ਪੀੜ੍ਹੀ ਨੂੰ ਤਾਂ ਹੀ ਅਸੀਂ ਦਿਖਾ ਸਕਾਂਗੇ। ਕੁਝ ਪੁਰਾਣੀਆਂ ਇਤਿਹਾਸਕ ਚੀਜ਼ਾਂ ਨੇ ਜਿਹੜੀਆਂ ਸਾਨੂੰ ਸੰਭਾਲਣ ਦੀ ਲੋੜ ਹੈ, ਜਿਹਨੂੰ ਅਸੀਂ ਦਿਖਾ ਸਕਾਂਗੇ ਆਉਣ ਵਾਲੀ ਪੀੜ੍ਹੀ ਨੂੰ ਕਿ ਆਹ ਕੁਝ ਸੰਸਾਰ ਦੇ ਵਿੱਚ ਜਿਹੜੀਆਂ ਗੁਰੂ ਘਰ ਤੋਂ ਬਖਸ਼ਿਸ਼ਾਂ ਸਾਨੂੰ ਪ੍ਰਾਪਤ ਹੋਈਆਂ। ਬਹੁਤ ਚੀਜ਼ਾਂ ਐਸੀਆਂ ਜਿਹੜੀਆਂ ਸਮੇਂ ਨਾਲ ਅਲੋਪ ਹੋ ਗਈਆਂ। ਇੱਕ ਦੀ ਨਹੀਂ, ਬੇਅੰਤ ਗੱਲਾਂ ਕਰਾਂ ਤੇ ਬਹੁਤ ਵੱਡੀਆਂ ਗੱਲਾਂ ਹੋ ਜਾਣਗੀਆਂ। ਦੇਖੋ, ਇੱਕ ਮੁੱਕਦੀ ਗੱਲ, ਜਿਸ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਸ ਪਿੰਜਰੇ ਵਿੱਚ ਰੱਖਿਆ ਗਿਆ ਸੀ ਦਿੱਲੀ, ਉਹ ਪਿੰਜਰਾ ਸਾਨੂੰ ਦਿਖਾਈ ਨਹੀਂ ਦਿੰਦਾ। ਚਲੋ ਆਪਾਂ ਤੇ ਇਤਿਹਾਸ ਨੂੰ ਸਮਝ ਲਾਂਗੇ, ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਤੇ ਸਾਡੇ ਨਾਲੋਂ ਵੀ ਅਗਾਂਹ ਹੈ। ਜਿਹੜੇ ਆਉਣ ਵਾਲੇ ਬੱਚੇ ਨੇ, ਪੜ੍ਹੇ ਲਿਖੇ ਬੱਚੇ, ਉਹ ਤਾਂ ਸਾਡੇ ਨਾਲੋਂ ਵੀ ਅੱਗੇ ਨੇ। ਉਹਨਾਂ ਆਖਣਾ ਜਿਸ ਪਿੰਜਰੇ ਦੀ ਤੁਸੀਂ ਗੱਲ ਕਰਦੇ ਹੋ ਦਿਖਾਓ ਕਿੱਥੇ ਆ ਉਹ ਪਿੰਜਰਾ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੱਖਿਆ ਗਿਆ, ਜਿੱਥੇ ਨਾ ਬੈਠਿਆ ਜਾਏ, ਨਾ ਖਲੋਤਾ ਜਾਏ, ਨਾ ਘੁੰਮਿਆ ਜਾਏ, ਨਾ ਪਾਸਾ ਲਿਆ ਜਾਏ। ਐਸਾ ਇੱਕ ਪਿੰਜਰਾ ਸੀ ਜਿਹਦੇ ਵਿੱਚ ਗੁਰੂ ਸਾਹਿਬ ਨੂੰ ਰੱਖਿਆ, ਪਰ ਅਸੀਂ ਅੱਜ ਉਹਦੇ ਦੀਦਾਰ ਨਹੀਂ ਕਰ ਸਕਦੇ। ਬੇਅੰਤ ਐਸੀਆਂ ਇਤਿਹਾਸਕ ਚੀਜ਼ਾਂ, ਨਿਸ਼ਾਨੀਆਂ ਨੇ ਜਿਹੜੀਆਂ ਸਮੇਂ ਦੇ ਨਾਲ ਅਲੋਪ ਹੁੰਦੀਆਂ। ਉਹਨੂੰ ਅਲੋਪ ਕਰਨ ਦੀ ਬਜਾਏ ਅਸੀਂ ਉਹਨੂੰ ਸੰਭਾਲੀ। ਠੀਕ ਹੈ, ਇੱਕ ਦੌਰ ਐਸਾ ਚੱਲਿਆ ਜਦੋਂ ਸਾਕੇ ਵਰਤੇ, ਇੱਕ ਦੌਰ ਐਸਾ ਚੱਲਿਆ ਜਦੋਂ ਘੱਲੂ ਘਾਰੇ ਵਰਤੇ। ਜਦੋਂ ਸਾਕੇ ਹੋਏ, ਘੱਲੂ ਘਾਰੇ ਦਾ ਮਤਲਬ ਕੀ ਹੁੰਦਾ? ਤਬਾਹੀ। ਘੱਲੂ ਘਾਰੇ ਦਾ ਅਰਥ ਕੀ ਹੈ? ਤਬਾਹੀ ਮਚਾਉਣੀ। ਵੈਰੀਆਂ ਵੱਲੋਂ, ਹੁਕਮਰਾਨਾਂ ਵੱਲੋਂ ਇੰਨੀ ਤਬਾਹੀ ਮਚਾਈ ਗਈ ਕਿ ਗੁਰੂ ਖਾਲਸਾ, ਗੁਰੂ ਪੰਥ ਨੂੰ ਮਿਟਾਉਣਾ ਹੈ। ਇਹਨਾਂ ਦੇ ਧਾਰਮਿਕ ਅਸਥਾਨ, ਧਾਰਮਿਕ ਚਿੰਨ੍ਹ ਮਿਟਾਉਣੇ ਨੇ। ਉਹਨਾਂ ਨੇ ਯਤਨ ਕੀਤਾ, ਘੱਲੂ ਘਾਰੇ ਕਰਕੇ ਉਹ ਮਿਟਾਉਣ ਦੀ ਕੋਸ਼ਿਸ਼ ਕੀਤੀ। ਪਰ ਜੋ ਅੱਜ ਸਾਡੇ ਕੋਲ ਹੈ, ਕਮ ਸੇ ਕਮ ਆਪਾਂ ਉਹ ਤੇ ਸੰਭਾਲ ਲਈਏ ਨਾ। ਅੱਜ ਤੇ ਆਪਾਂ ਜਿਹੜੇ ਉਹ ਜਾਗਰਤਾ ਦੇ ਵਿੱਚ ਆ, ਅੱਜ ਸਾਨੂੰ ਸੰਭਾਲਣ ਦੀ ਲੋੜ। ਖੈਰ, ਆਪਾਂ ਆਪਣੇ ਵਿਸ਼ੇ ਵੱਲ ਆਈਏ। ਸਾਹਿਬ ਜੀ ਕਹਿੰਦੇ ਆ, ਉਹਦਾ ਦਰ ਘਰ ਕੈਸਾ ਹੈ? ਉਹਦੇ ਘਰ, ਉਹਦੇ ਦਰ ਦੀ ਸੋਝੀ ਲੈਣ ਲਈ ਪਹਿਲਾਂ ਇਹ ਸਮਝ ਲਓ ਕਿ ਅਨੰਤ ਅਨੇਕ ਅਸੰਖਾ ਜਿਹੜੇ ਨੇ ਵਾਜੇ ਵੱਜ ਰਹੇ ਨੇ। ਉਹਨਾਂ ਵਿੱਚੋਂ ਨਾਦ, ਧੁਨ, ਆਵਾਜ਼ਾਂ ਪੈਦਾ ਹੋ ਰਹੀਆਂ ਨੇ। ਔਰ ਅੰਦਰੋਂ ਤਾਂ ਵਜਾਉਣ ਵਾਲਾ ਉਹ ਹੈ ਅਕਾਲ ਪੁਰਖ, ਪਰ ਬਾਹਰੋਂ ਵੀ ਵੇਖਾਂਗੇ ਕਿਤੇ ਵਾਵਣ ਹਾਰੇ, ਕਿਤੇ ਕਿੰਨੇ ਹੀ ਨੇ ਜਿਹੜੇ ਬਾਹਰੋਂ ਸਾਜ਼ ਲੈ ਕੇ ਵਜਾ ਰਹੇ ਨੇ ਔਰ ਉਹਦੇ ਗੁਣ ਮਾਲਕ ਦੇ ਗਾ ਰਹੇ ਹਨ। ਕੀਤੇ ਰਾਗ ਪਰੀ ਤਿਉ ਕਹੀਨ, ਕੀਤੇ ਗਾਵਣ ਹਾਰੇ। ਕਹਿੰਦੇ ਅਨੰਤ ਜਿਹੜੇ ਸਾਜ਼ ਨੇ, ਉਹਨਾਂ ਸਾਜ਼ਾਂ ਨੂੰ ਵਜਾਉਣ ਵਾਲੇ ਨੇ। ਤੇ ਜੇ ਸਾਜ਼ ਅਨੰਤ ਵੱਜ ਰਹੇ ਨੇ ਤੇ ਫਿਰ ਉਹਨਾਂ ਦੇ ਵਿੱਚੋਂ ਕੀ ਹੈ? ਰਾਗ ਉਤਪੰਨ ਹੁੰਦਾ ਹੈ। ਉਹਨਾਂ ਵਿੱਚੋਂ ਰਾਗ ਤੇ ਰਾਗਣੀਆਂ। ਹੁਣ ਕੱਲੀਆਂ ਸੁਰਾਂ ਕੀ ਕਰਨਗੀਆਂ? ਉਹਨਾਂ ਸੁਰਾਂ ਵਾਸਤੇ ਇੱਕ ਰਾਗ ਚਾਹੀਦਾ ਹੈ। ਰਾਗ ਦੀਆਂ ਆਪਣੀਆਂ ਆਪਣੀਆਂ ਸੁਰਾਂ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਨੇ। 31 ਰਾਗ ਦੇ ਵਿੱਚ ਕਈਆਂ ਰਾਗਾਂ ਦਾ ਸੁਮੇਲ ਵੀ ਹੈ। ਉਹਨਾਂ ਦੇ ਵਿੱਚ ਸੁਰਾਂ ਆਪਸ ਵਿੱਚ ਮਿਲਦੀਆਂ, ਪਰ ਬਹੁਤਾਤ ਵਿੱਚ ਜਿਵੇਂ ਮਾਰੂ ਰਾਗ, ਉਹਦੀ ਸੁਰ ਹੋਰ ਹੈ। ਭੈਰੋ ਰਾਗ, ਉਹਦੀ ਸੁਰ ਹੋਰ ਹੈ, ਉਹਦੀ ਸਰਗਮ ਹੋਰ ਹੈ। ਜਿੰਨੇ ਵੀ ਰਾਗ ਨੇ ਉਹਨਾਂ ਵੱਖਰੀਆਂ ਵੱਖਰੀਆਂ ਉਹਦੀਆਂ, ਕੋਈ ਕਿਸੇ ਦੀ ਸੁਰ ਘੱਟ ਹੈ, ਕਿਸੇ ਦੀ ਵੱਧ ਹੈ, ਕਿਸੇ ਦੀ ਸੁਰ ਉੱਪਰਲੀ ਲੱਗਦੀ ਹੈ, ਕਿਸੇ ਦੀ ਸੁਰ ਥੱਲਣੀ ਲੱਗਦੀ ਹੈ। ਇਸ ਤਰ੍ਹਾਂ ਕਹਿਣ ਲੱਗੇ ਫਿਰ ਕੇਤੇ ਜਿੰਨੇ ਸਾਜ਼ ਨੇ, ਫਿਰ ਉਹਨਾਂ ਦੇ ਨਾਲ ਕੇਤੇ ਰਾਗ, ਕਿੰਨੇ ਹੀ ਰਾਗ ਨੇ। ਪਰੀ ਸਿਉ ਕਹੀਨ, ਪਰੀ ਦਾ ਇੱਥੇ ਅਰਥ ਹੈ ਰਾਗਣੀਆਂ। ਇਹ ਰਾਗ ਦਾ ਜਨਮ ਆਪ ਜੀ ਨੂੰ ਪਤਾ ਹੈ ਕਿੱਥੋਂ ਹੋਇਆ? ਰਾਗ ਦਾ ਜਨਮ ਪ੍ਰੇਮ ਚੋਂ ਹੋਇਆ ਹੈ। ਪ੍ਰੇਮ ਨਹੀਂ, ਭਾਵਨਾ ਨਹੀਂ ਤੇ ਰਾਗ ਵੀ ਉਤਪੰਨ ਨਹੀਂ ਹੋਏਗਾ। ਜਿਨ੍ਹਾਂ ਅੰਦਰ ਪ੍ਰੇਮ ਹੈ ਉਹਨਾਂ ਨੇ ਜੇ ਰਾਗ ਦੇ ਆਧਾਰ ਤੇ ਸ਼ਬਦ ਗਾਇਆ, ਉਹਦੇ ਵਿੱਚੋਂ ਰਸ ਵੀ ਬੜਾ ਆਇਆ। ਜਿਹਦੇ ਅੰਦਰ ਪ੍ਰੇਮ ਨਹੀਂ ਸੀ ਉਹਨੇ ਰਾਗ ਨੂੰ ਛੇੜਿਆ ਵੀ ਨਹੀਂ, ਉਹ ਤੇ ਹੋਰ ਹੋਰ ਧੁਨਾਂ ਤੇ ਤਰਜਾਂ ਹੀ ਗਾਉਂਦਾ ਰਹਿ ਗਿਆ। ਅਸਲ ਵਿੱਚ ਜਿਹਦੇ ਅੰਦਰ ਪ੍ਰੇਮ ਸੀ, ਭਾਵਨਾ ਸੀ, ਉਹਨੇ ਰਾਗ ਦੇ ਆਧਾਰ ਤੇ ਗਾਇਆ। ਤੇ ਜਿਹਨੇ ਗਾਇਆ ਉਹਨੇ ਤੇ ਫਿਰ ਜਿਹੜੇ ਪੱਤੇ ਵੀ ਹਵਾ ਨਾਲ ਹਿਲਦੇ ਸੀ ਉਹਦੇ ਅੰਦਰ ਵੀ ਟਿਕਾ ਲਿਆ ਦਿੱਤਾ, ਉਹ ਵੀ ਟਿਕ ਗਏ। ਤੇ ਜਿਨ੍ਹਾਂ ਦੇ ਅੰਦਰ ਰਾਗ ਗਿਆ, ਸੁਣਿਆ ਹੋਇਆ, ਉਹਨਾਂ ਦੇ ਅੰਦਰ ਮਨ ਵੀ ਟਿਕਾ 'ਚ ਆ ਗਿਆ। ਪਰ ਸਮੇਂ ਨਾਲ ਹੁਣ ਅਸੀਂ ਰਾਗ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਗਾਉਣ ਵਾਲਾ ਵੀ ਦੂਰ ਹੁੰਦਾ ਜਾ ਰਿਹਾ ਤੇ ਸੁਣਨ ਵਾਲਾ ਵੀ ਦੂਰ ਹੁੰਦਾ ਜਾ ਰਿਹਾ। ਤੇ ਜੇ ਅਸੀਂ ਰਾਗ ਨਾਲੋਂ ਆਪਣੀ
ਆਪਣੀ ਸਾਂਝ ਤੋੜ ਲਈ ਨਾ, ਫਿਰ ਸਾਡਾ ਉਸ ਮਾਲਕ ਨਾਲ ਪ੍ਰੇਮ ਪਾਉਣਾ ਔਖਾ ਹੋ ਜਾਏਗਾ। ਖੈਰ ਸਤਿਗੁਰੂ ਜੀ ਕਹਿੰਦੇ ਕਿੰਨੇ ਹੀ ਰਾਗ ਨੇ, ਉਹਦੇ ਨਾਲ ਕਿੰਨੀਆਂ ਹੀ ਰਾਗਣੀਆਂ ਨੇ, ਔਰ ਇਸ ਰਾਗ ਤੇ ਰਾਗਣੀਆਂ ਦੇ ਨਾਲ ਕਿੰਨੇ ਹੀ ਜਿਹੜੇ ਆ ਉਹਨੂੰ ਗਾਵਣ ਹਾਰੇ ਹਨ। ਗਾਵਹਿ ਤੋਹਨ ਪਉਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਆਪਾਂ ਇਹ ਚਲੀਏ ਵੀ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਜਿਹੜਾ ਵਿੱਚ ਵਾਸ ਹੈ ਉਹ ਤੇ ਵਜਾ ਹੀ ਰਿਹਾ ਸਾਰਿਆਂ ਦੇ ਸਾਜ਼। ਬਾਹਰੋਂ ਵੀ ਜਿਨ੍ਹਾਂ ਦੇ ਹੱਥਾਂ 'ਚ ਸਾਜ਼ ਆਏ ਉਹਨਾਂ ਨੇ ਸਾਜ਼ ਜਿਹੜੇ ਵਜਾਏ। ਫਿਰ ਹੌਲੀ ਹੌਲੀ ਉਹਨਾਂ ਨੂੰ ਰਾਗ ਦੀ ਸਮਝ ਆਈ, ਉਹਨਾਂ ਨੇ ਰਾਗ ਤੇ ਰਾਗਣੀਆਂ ਨੂੰ ਲੈ ਕੇ ਉਹਨੂੰ ਗਾਉਣਾ ਕੀਤਾ। ਪਰ ਕਈ ਇੰਨੀ ਬਰੀਕੀ ਵਿੱਚ ਚਲੇ ਗਏ, ਇੰਨੀ ਗਹਿਰਾਈ ਵਿੱਚ ਚਲੇ ਗਏ, ਕਿਉਂਕਿ ਇਹ ਰਸਤਾ ਬਰੀਕੀ ਵਾਲਾ ਹੈ। ਇਹ ਜਿਹੜਾ ਸਵਾਲ ਹੈ ਇਹ ਬੜਾ ਡੂੰਘਾ ਸਵਾਲ ਹੈ। ਸਵਾਲ ਵੀ ਕਈ ਤਰ੍ਹਾਂ ਦੇ, ਜਿੱਦਾਂ ਦਾ ਸਵਾਲ ਉਦਾਂ ਦਾ ਜਵਾਬ। ਜੇ ਬੜਾ ਡੂੰਘਾ ਤੇ ਗਹਿਰਾ ਸਵਾਲ ਕਰੋਗੇ ਤੇ ਉਹਦਾ ਜਵਾਬ ਵੀ ਬੜਾ ਡੂੰਘਾ ਤੇ ਗਹਿਰਾ ਹੀ ਦੇਣਾ ਪਏਗਾ। ਤੇ ਦੂਜੀ ਗੱਲ ਸਾਹਿਬ ਕਹਿੰਦੇ ਇਹ ਜਿਹੜਾ ਰਸਤਾ ਹੈ ਨਾ, ਉਹਨੂੰ ਉਹਦੇ ਦਰ ਘਰ ਨੂੰ ਜਾਣਨ ਵਾਸਤੇ ਇਹ ਰਸਤਾ ਕੋਈ ਲੰਮਾ ਚੌੜਾ ਰਸਤਾ ਨਹੀਂ ਹੈ। ਇਸ ਰਾਹ ਤੇ ਚੱਲ ਕੇ ਉਸ ਦੇ ਦਰ ਘਰ ਨੂੰ ਸਮਝਣ ਵਾਸਤੇ ਕਹਿਣ ਲੱਗੇ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹਦਾ ਮਤਲਬ ਇਹ ਸੀ ਕਿ ਅਸੀਂ ਕੋਈ ਛੋਟੀ ਗਲੀ, ਤੰਗ ਗਲੀ ਚੋਂ ਨਹੀਂ ਨਿਕਲਣਾ। ਅਸੀਂ ਕੋਈ ਖੰਡਾ ਪਿਆ ਤੇ ਉਹਦੇ ਉੱਪਰ ਪੈਰ ਰੱਖ ਕੇ ਨਹੀਂ ਚੱਲਣਾ। ਇਹਦਾ ਮਤਲਬ ਸੀ ਤੁਹਾਡੀ ਬੁੱਧੀ ਇੰਨੀ ਸੂਖਸ਼ਮ ਹੋਣੀ ਚਾਹੀਦੀ ਹੈ, ਤੁਹਾਡਾ ਗਿਆਨ ਇੰਨਾ ਬਰੀਕ ਹੋਣਾ ਚਾਹੀਦਾ ਹੈ। ਜੇ ਗਿਆਨ ਤੁਹਾਡਾ ਮੋਟਾ ਹੋਏਗਾ ਤੇ ਬਾਹਰੋਂ ਉੱਤੋਂ ਹੀ ਲੰਘ ਜਾਓਗੇ। ਫਿਰ ਇੱਥੇ ਗਿਆਨ ਚਾਹੀਦਾ, ਬਰੀਕ ਗਿਆਨ। ਇੱਥੇ ਵਿਵੇਕ ਬੁੱਧੀ ਚਾਹੀਦੀ ਹੈ। ਵਿਵੇਕ ਬੁੱਧੀ, ਵਿਵੇਕ ਗਿਆਨ ਦਾ ਮਤਲਬ ਹੀ ਇਹ ਸੀ ਕਿ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਆਹ ਜਿਹੜਾ ਮਾਰਗ ਉਹਦੇ ਦਰ ਘਰ ਨੂੰ ਜਾਂਦਾ ਨਾ, ਸਭ ਕਹਿੰਦੇ ਉਹ ਇੰਨਾ ਸੂਖਸ਼ਮ ਹੈ ਕਿ ਤੈਨੂੰ ਆਪਣੀ ਮੱਤ, ਆਪਣੀ ਅਕਲ, ਆਪਣੀ ਬੁੱਧ ਉਹ ਵੀ ਤੈਨੂੰ ਇੰਨੀ ਸੂਖਸ਼ਮ ਕਰਨੀ ਪਏਗੀ। ਇੰਨੀ ਬਰੀਕ ਬੁੱਧੀ ਦਾ ਮਾਲਕ ਬਣਨਾ, ਤੀਸ਼ਣ ਬੁੱਧੀ ਦਾ ਮਾਲਕ ਬਣਨਾ ਪਏਗਾ, ਤਾਂ ਜਾ ਕੇ ਉਹਦੀ ਸਮਝ ਆਉਣੀ। ਇਹੀ ਕਾਰਨ ਹੈ ਕਿ ਅਸੀਂ ਤੇ ਆਪਣੇ ਵੱਲੋਂ ਜਿਵੇਂ ਜਿਵੇਂ ਸਮਝ ਆਉਂਦੀ ਹੈ ਬਿਆਨ ਕਰਦੇ ਹਾਂ, ਪਰ ਜਿਸ ਤਲ ਤੇ ਗੁਰੂ ਸਾਹਿਬ ਨੇ ਬਾਣੀ ਉਚਾਰਨ ਕਰਕੇ ਜਵਾਬ ਦਿੱਤਾ ਉਹ ਮੇਰੇ ਸਤਿਗੁਰੂ ਹੀ ਜਾਣਦੇ ਨੇ। ਕਿਰਪਾ ਕਰਨ ਕਿਤੇ ਸਾਨੂੰ ਸਾਡੇ ਅੰਦਰ ਦੇ ਕਪਾਟ ਖੁੱਲਣ ਤੇ ਜਿਸ ਤਲ ਤੇ ਗੁਰਬਾਣੀ ਸਾਨੂੰ ਦੇ ਕੇ ਸਮਝਾਇਆ ਉਸ ਅਵਸਥਾ 'ਚ ਜਾ ਕੇ ਗੁਰਬਾਣੀ ਦੀ ਸਮਝ ਆ ਜਾਏ। ਸਾਹਿਬ ਜੀ ਕਹਿੰਦੇ ਜੇ ਕਿਸੇ ਨੇ ਆਪਣੀ ਸੁਰਤ ਨੂੰ ਟਿਕਾ ਕੇ ਬਰੀਕੀ ਨਾਲ ਮਹਿਸੂਸ ਕੀਤਾ ਨਾ, ਤਾਂ ਉਹਨੂੰ ਇਹ ਜਿਹੜੀ ਪੌਣ ਹਵਾ ਚੱਲਦੀ ਹੈ ਨਾ, ਇਸ ਹਵਾ ਦੇ ਵਿੱਚ ਵੀ ਉਹਨੂੰ ਏਦਾਂ ਲੱਗਾ ਕਿ ਹਵਾ ਵੀ ਉਹਨੂੰ ਗਾ ਰਹੀ ਹੈ। ਜੇ ਕਿਸੇ ਨੇ ਦਰਖਤ ਦੇ ਹੇਠਾਂ ਬੈਠ ਕੇ ਇੱਕ ਟਿਕਾ ਬਣਾ ਕੇ ਸੁਰਤ ਨੂੰ ਟਿਕਾ ਕੇ ਜੇ ਜੁੜਿਆ ਤੇ ਉਹ ਜਿਹੜੇ ਪੱਤੇ ਹਿਲਦੇ ਨੇ ਨਾ ਹਵਾ ਨਾਲ, ਉਹ ਪੱਤਿਆਂ ਵਿੱਚੋਂ ਵੀ ਜਿਹੜੀ ਆਵਾਜ਼ ਉਤਪੰਨ ਹੁੰਦੀ ਹੈ ਉਹਨੂੰ ਵੀ ਮਹਿਸੂਸ ਕਰਕੇ ਦੇ ਕਹਿੰਦੇ ਨੇ ਕਿ ਅਸੀਂ ਤਾਂ ਗਾਉਂਦੇ ਆ, ਆਹ ਦਰਖਤ ਦੇ ਪੱਤੇ ਵੀ ਉਹਨੂੰ ਗਾ ਰਹੇ ਨੇ। ਪਰ ਜਿਹਦੀ ਕਹਿਣ ਲੱਗੇ ਬੁੱਧੀ ਬਰੀਕ ਸੀ ਨਾ, ਜਿਹਨੇ ਆਪਣੀ ਸੁਰਤ ਮਤ ਮਨ ਬੁੱਧ ਨੂੰ ਘੜ ਕੇ ਆਪਣੇ ਅੰਦਰ ਨੂੰ ਇੱਕ ਕਰ ਲਿਆ, ਉਹਨੇ ਪੱਤਿਆਂ ਵਿੱਚੋਂ ਨਿਕਲਦੀ ਆਵਾਜ਼ ਨੂੰ ਵੀ ਮਹਿਸੂਸ ਕਰਕੇ ਆਖਿਆ ਕਿ ਇਹ ਪੱਤੇ ਵੀ ਉਹਦੇ ਗੁਣ ਗਾ ਰਹੇ ਨੇ ਅਕਾਲ ਪੁਰਖ ਦੇ। ਇਹਦਾ ਮਤਲਬ ਜਿਹਨੇ ਇੰਨਾ ਬਰੀਕੀ ਨਾਲ ਜੁੜਿਆ ਉਹਨੂੰ ਪਤਾ ਲੱਗਾ ਵੀ ਗਾਵਹਿ ਤੋਹਨੋ। ਦੇਖੋ ਇਹ ਸੋਦਰ ਦੀ ਪੌੜੀ ਤੁਸੀਂ ਜਪਜੀ ਸਾਹਿਬ 'ਚ ਵੀ ਪੜ੍ਹਦੇ ਹੋ। ਸੋ ਜਦੋਂ ਆਪਾਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਉਹਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਪਰ ਉਹਦੇ ਦੇਖੋ ਦੋਵਾਂ ਵਿੱਚ ਲੱਗ ਮਾਤਰ ਦਾ ਫਰਕ ਹੈ। ਉਹ ਕਿਉਂ ਹੈ? ਕਿਉਂਕਿ ਪਤਾ ਲੱਗੇ ਵੀ ਇਹ ਜਪਜੀ ਸਾਹਿਬ ਹੈ ਤੇ ਉਹ ਰਹਿਰਾਸ ਸਾਹਿਬ ਦਾ ਪਾਠ ਹੈ। ਔਰ ਇੱਕ ਆਸਾ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਲੜੀਵਾਰ ਬਾਣੀ ਜਦੋਂ ਤੁਸੀਂ ਪੜ੍ਹੋ, ਆਸਾ ਰਾਗ ਦੇ ਵਿੱਚ ਵੀ ਇਹ ਪੌੜੀ ਦਾ ਪਾਠ ਆਪਾਂ ਜਿਹੜਾ ਉਹ ਪੜ੍ਹ ਸਕਦੇ ਹਾਂ। ਹੁਣ ਜਦੋਂ ਅਸੀਂ ਉੱਥੇ ਪੜਾਂਗੇ ਉੱਥੇ ਤੋਹਨੋ ਨਹੀਂ ਹੈ, ਉੱਥੇ ਹੈ ਤੁਧ ਨੋ। ਬਸ ਇਹ ਫਰਕ ਇਸੇ ਲਈ ਹੈ, ਅਰਥ ਸੇਮ ਹੀ ਨੇ, ਅਰਥਾਂ ਵਿੱਚ ਫਰਕ ਨਹੀਂ। ਬਸ ਇਹ ਫਰਕ ਹੈ ਵੀ ਇੱਥੇ ਜਪਜੀ ਸਾਹਿਬ ਹੈ ਤੇ ਉੱਥੇ ਰਹਿਰਾਸ ਸਾਹਿਬ ਹੈ। ਅਸੀਂ ਇਹ ਜਿਹੜੀ ਪੌੜੀ ਆਪਾਂ ਇੱਕ ਸਟੈਪ ਚੜ੍ਹਨਾ ਹੈ ਨਾ,
ਇਹ ਸਟੈਪ ਆਪਾਂ ਜਪਜੀ ਸਾਹਿਬ ਦੀ ਬਾਣੀ ਦਾ ਚੜ੍ਹ ਰਹੇ ਹਾਂ, ਉਹ ਵਾਲਾ ਸਟੈਪ ਆਪਾਂ ਰਹਿ ਰਸ ਦੀ ਬਾਣੀ ਵਿੱਚ ਅੱਗੇ ਵੱਧ ਰਹੇ ਹਾਂ। ਇਸ ਲਈ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਸਾਹਿਬ ਕਹਿੰਦੇ ਜਿੱਥੇ ਅਨੰਤ ਰਾਗ ਰਾਗਣੀਆਂ ਦੇ ਨਾਲ ਸਾਜ਼ਾਂ ਨਾਲ ਗਾਇਆ ਜਾ ਰਿਹਾ ਹੈ, ਗਾਵਹਿ ਤੋਹਨੋ ਪੌਣ ਪਾਣੀ ਬੈਸੰਤਰ। ਪੌਣ ਹਵਾ, ਪਾਣੀ ਨੂੰ ਅਸੀਂ ਸਮਝਦੇ ਹਾਂ, ਬੈਸੰਤਰ ਅਗਨੀ। ਜਦੋਂ ਅਗਨੀ ਬਲਦੀ ਹੈ ਨਾ ਤੇ ਧੁਨੀ ਤਾਂ ਉਹਦੇ ਵਿੱਚੋਂ ਵੀ ਨਿਕਲਦੀ ਹੈ। ਅਗਨੀ ਜਦੋਂ ਬਲਦੀ ਹੈ ਨਾ, ਆਵਾਜ਼ ਉਹਦੇ ਵਿੱਚੋਂ ਵੀ ਪੈਦਾ ਹੁੰਦੀ ਹੈ, ਉਹਦੇ ਵਿੱਚੋਂ ਵੀ ਆਵਾਜ਼। ਜਿਹਨੇ ਬੜੀ ਸੂਖਸ਼ਮ ਅਵਸਥਾ ਵਿੱਚ ਸੁਣਿਆ, ਉਹਨੂੰ ਅੱਗ ਦੇ ਵਿੱਚੋਂ ਵੀ ਆਵਾਜ਼ ਸੁਣਾਈ ਦਿੰਦੀ ਹੈ। ਕਹਿਣ ਲੱਗੇ ਕਿਹੜਾ ਕਿਹੜਾ ਉਸ ਮਾਲਕ ਨੂੰ ਨਹੀਂ ਗਾ ਰਿਹਾ। ਅਸੀਂ ਹਜੇ ਦਰ ਦੀ ਗੱਲ ਕਰ ਰਹੇ ਹਾਂ ਵੀ ਦਰ ਕਿੰਨਾ ਵੱਡਾ ਹੈ ਉਹਦਾ, ਕਿ ਇਸ ਦਰ ਤੇ ਸਾਰੇ ਹੀ ਆ ਗਏ, ਸਾਰੇ ਹੀ ਉਹਦੇ ਦਰ ਤੇ ਬੈਠੇ ਹੋਏ ਨੇ। ਕਹਿੰਦੇ ਉੱਥੇ ਮਹਿਸੂਸ ਕਰੋਗੇ ਕਿ ਪੌਣ ਪਾਣੀ ਬੈਸੰਤਰ, ਇਹ ਵੀ ਉਸ ਮਾਲਕ ਦੇ ਗੁਣ ਗਾਉਂਦੇ ਨਜ਼ਰ ਆਉਣਗੇ। ਗਾਵੈ ਰਾਜਾ ਧਰਮ ਦੁਆਰੇ, ਜਿਹੜਾ ਉਹਦੇ ਦੁਆਰੇ ਉੱਤੇ ਧਰਮੀ ਰਾਜਾ ਬੈਠਾ ਹੈ, ਨਿਆਂ ਕਰਨ ਵਾਲਾ, ਫੈਸਲਾ ਕਰਨ ਵਾਲਾ, ਉਹ ਵੀ ਉਸ ਮਾਲਕ ਨੂੰ ਗਾ ਰਿਹਾ ਹੈ। ਥੋੜ੍ਹੀ ਆਪਾਂ ਹੋਰ ਸੂਖਸ਼ਮ ਚ ਚਲੇ ਜਾਈਏ। ਸਾਡੇ ਨਾ ਦਿਮਾਗ ਦੇ ਦੋ ਹਿੱਸੇ, ਦੋ ਪਾਰਟ ਨੇ। ਡਾਕਟਰ ਵੀ ਮੰਨਦੇ ਆ, ਵਿਗਿਆਨ ਵੀ ਮੰਨਦਾ ਹੈ। ਗੁਰਮਤ ਦੇ ਵਿੱਚ, ਬ੍ਰਹਮ ਗਿਆਨ ਦੇ ਵਿੱਚ ਇੱਕ ਨੂੰ ਚਿੱਤ ਕਹਿੰਦੇ ਆ, ਇੱਕ ਨੂੰ ਮਨ ਕਹਿੰਦੇ ਨੇ। ਜਾਂ ਕਹਿ ਲਓ ਕਿ ਮਨ ਦੇ ਦੋ ਹਿੱਸੇ ਨੇ, ਇੱਕ ਮੈਲਾ ਹੈ ਤੇ ਇੱਕ ਸ਼ੁੱਧ ਹੈ। ਜਿਹੜਾ ਸ਼ੁੱਧ ਵਾਲਾ ਹਿੱਸਾ, ਮਨ ਦੇ ਦੋ ਹਿੱਸੇ ਨੇ। ਜਿਵੇਂ ਅਸੀਂ ਵੀ ਦੋ ਹਿੱਸਿਆਂ 'ਚ, ਸਾਡਾ ਅੰਦਰ ਦਾ ਜੀਵਨ ਹੋਰ ਹੈ, ਬਾਹਰੋਂ ਹੋਰ। ਜਿਵੇਂ ਗੁਰਬਾਣੀ ਨੇ ਫੈਸਲਾ ਕੀਤਾ ਹੈ ਕਿ ਜੀਓ ਮੈਲੇ ਬਾਹਰੋਂ ਨਿਰਮਲ। ਅਸੀਂ ਬਾਹਰੋਂ ਨਿਰਮਲ ਹਾਂ, ਜੀਓ ਮੈਲੇ ਹਾਂ। ਦੋ ਤਰ੍ਹਾਂ ਦਾ ਸਾਡਾ ਜੀਵਨ, ਸਰੀਰਕ ਤਲ ਤੇ ਆਤਮਕ ਤਲ ਤੇ। ਪਰ ਦੇਖਾਂਗੇ ਹੈ ਤੇ ਇੱਕੋ ਹੀ ਹੈ ਨਾ ਆਪਾਂ। ਇਸੇ ਤਰ੍ਹਾਂ ਮਨ ਇੱਕ ਹੈ ਪਰ ਉਹਦੇ ਰੂਪ ਦੋ ਨੇ। ਇੱਕ ਨੂੰ ਚਿੱਤ ਕਹਿੰਦੇ, ਇੱਕ ਨੂੰ ਮਨ। ਇੱਕ ਸ਼ੁੱਧ ਅਵਸਥਾ 'ਚ ਹੈ, ਇੱਕ ਮੈਲਾ ਅਵਸਥਾ 'ਚ ਹੈ। ਇੱਕ ਵਿੱਚ ਮੈਲ ਭਰੀ ਹੈ, ਇੱਕ ਸ਼ੁੱਧ ਹੈ। ਜਿਹੜਾ ਸ਼ੁੱਧ ਵਾਲਾ ਹਿੱਸਾ ਹੈ ਨਾ, ਉੱਥੇ ਉਹਨੂੰ ਯਾਦ ਹੈ ਕਿ ਮੈਂ ਪਰਮਾਤਮਾ ਦੇ ਗੁਣ ਗਾਣਾ ਆ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਆਪ ਜੀ ਨਾਲ। ਦੇਖੋ, ਅਰਥ ਤੇ ਪੂਰੀ ਪੌੜੀ ਦੇ ਆਪਾਂ 15-20 ਮਿੰਟਾਂ 'ਚ ਕਰ ਦਿਆਂਗੇ। ਗੱਲ ਤੇ ਇਹ ਵੀ ਸਮਝ ਸਾਡੇ ਆਵੇ ਤਾਂ ਗੱਲ ਬਣਨੀ ਹੈ। ਕੋਈ ਨਹੀਂ, ਇੱਕ ਪੌੜੀ ਨੂੰ ਭਾਵੇਂ 2 ਦਿਨ ਲੱਗ ਜਾਣ, 3 ਦਿਨ ਲੱਗ ਜਾਣ, ਪਰ ਗੱਲ ਵੀ ਸਾਨੂੰ ਸਮਝ ਆ ਜਾਏ। ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰਨ, ਤੁਹਾਡੇ ਤੇ ਵੀ ਕਿਰਪਾ ਕਰਨ। ਇੱਕ ਦਿਨ ਜ਼ਿਕਰ ਕੀਤਾ ਸੀ, ਆਪਾਂ ਗੁਰਬਾਣੀ ਪੜ੍ਹਦੇ ਹਾਂ ਤੇ ਉੱਥੇ ਮਨ ਨੂੰ ਆਪਣਾ ਕਹਿ ਕੇ ਆਵਾਜ਼ ਦਿੰਦੇ ਹਾਂ। ਉਹ ਆਪਣਾ ਕੌਣ ਹੈ? ਉਹ ਕੌਣ ਹੈ ਜਿਹੜਾ ਕਹਿ ਰਿਹਾ ਇਹ ਮਨ ਮੇਰਿਆ ਮੇਰਿਆ? ਇਹ ਕੌਣ ਕਹਿ ਰਿਹਾ? ਕੋਈ ਤੇ ਹੈ ਨਾ ਅੰਦਰ ਜਿਹੜਾ ਮਨ ਨੂੰ ਕਹਿ ਰਿਹਾ, ਉਹ ਮੇਰੇ ਮਨਾ ਤੂੰ ਕਿੱਥੇ ਤੁਰਿਆ ਫਿਰਦਾ ਹੈ? ਆ ਜਿੱਧਰ ਮੈਂ ਤੈਨੂੰ ਕਹਿੰਦਾ ਉਸ ਪਾਸੇ ਤੁਰ। ਇਹਦਾ ਮਤਲਬ ਉਹ ਜਿਹੜਾ ਮੇਰਿਆ ਕਹਿ ਰਿਹਾ ਨਾ, ਅੰਦਰ ਕੋਈ ਹੈ। ਉਹ ਕੌਣ ਹੈ? ਉਹ ਸ਼ੁੱਧ ਅਵਸਥਾ ਵਿੱਚ ਹੈ। ਮਨ ਦੇ ਦੋ ਹਿੱਸੇ, ਜਿਵੇਂ ਸਿੱਕੇ ਦੇ ਦੋ ਹਿੱਸੇ ਹੁੰਦੇ ਆ, ਦੋ ਪਹਿਲੂ, ਇੱਕ ਵਾਲਾ ਮੈਲਾ ਤੇ ਇੱਕ ਵਾਲਾ ਸ਼ੁੱਧ। ਉਹ ਜਿਹੜਾ ਸ਼ੁੱਧ ਹੈ ਨਾ, ਉਹ ਕਹਿ ਰਿਹਾ ਦੂਜੇ ਨੂੰ, ਉਹ ਮੈਲ ਨਾਲ ਭਰਿਆ ਕਿੱਧਰ ਤੁਰਿਆ ਫਿਰਦਾ? ਇੱਧਰ ਆ। ਆਪਾਂ ਸ਼ੁੱਧ ਹੋ ਕੇ, ਪਵਿੱਤਰ ਹੋ ਕੇ ਉਸ ਮਾਲਕ ਦੇ ਦਰ ਪਹੁੰਚਣਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਇਹ ਮੈਲਾ ਵਾਲਾ ਪਾਸਾ ਹੈ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਇਹ ਮਨ ਸੁਣ ਮਨ ਮਿੱਤਰ ਪਿਆਰਿਆ। ਹੁਣ ਉਸ ਮਨ ਨੂੰ ਮਿੱਤਰ ਕੌਣ ਕਹਿ ਰਿਹਾ ਹੈ? ਜਦੋਂ ਤੁਸੀਂ ਗੁਰਬਾਣੀ ਦਾ ਅਭਿਆਸ ਕਰਦੇ ਕਰਦੇ ਇਹ ਮਹਿਸੂਸ ਕਰੋਗੇ ਕਿ ਅੰਦਰੋਂ ਹੀ ਕੋਈ ਕਹਿ ਰਿਹਾ ਸੁਣ ਮਨ ਮਿੱਤਰ ਪਿਆਰਿਆ। ਤੇ ਉਹ ਜਿਹੜਾ ਮਿੱਤਰ ਕਹਿ ਰਿਹਾ ਉਹ ਸ਼ੁੱਧ ਵਾਲਾ ਪਾਸਾ ਹੈ। ਉਹਨੂੰ ਚਿੱਤ ਕਹਿੰਦੇ ਨੇ। ਚਿੱਤ ਦਾ ਮਤਲਬ ਜਿਹਨੂੰ ਸਭ ਕੁਝ ਚੇਤੇ ਹੈ। ਮੈਲਾ ਮਨ ਸੀ, ਉਹ ਭੁੱਲ ਗਿਆ ਸਭ ਕੁਝ। ਉਹ ਸਭ ਕੁਝ ਭੁਲਾ ਕੇ ਬੈਠਾ ਹੋਇਆ ਹੈ। ਉਹਦਾ ਮਿੱਤਰ ਉਹਨੂੰ ਯਾਦ ਕਰਾਉਂਦਾ ਪਿਆ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ। ਇਹ ਮਿੱਤਰ, ਆ ਜਿੰਨਾ ਚਿਰ ਜੋ ਸਵਾਸ ਹੈ ਨਾ, ਉਨਾ ਚਿਰ ਹੀ ਇਹ ਦੇ ਹੈ। ਤੂੰ ਇਹਦੇ ਨਾਲ ਜੁੜ ਕੇ ਮੈਲ ਇਕੱਠੀ ਨਾ ਕਰ, ਤੂੰ ਇਹਦੇ ਨਾਲ ਜੁੜ ਕੇ ਉਹਦਾ ਗਿਆਨ ਇਕੱਠਾ ਕਰ। ਹੁਣ ਉਹ ਜਿਹੜਾ ਸ਼ੁੱਧ ਪਾਸਾ ਸੀ ਨਾ, ਚਿੱਤ ਵਾਲਾ, ਜਿਹਨੂੰ ਚਿੱਤ ਕਿਹਾ ਗਿਆ,
ਉਹ ਚਿੱਤ, ਕਿਉਂਕਿ ਗੁਰਬਾਣੀ ਵਿੱਚ ਬਾਰ-ਬਾਰ ਜ਼ਿਕਰ ਆਇਆ ਹੈ, ਇਹ ਮਨ ਹਰ ਦੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ। ਹੁਣ ਭਾਏ ਦਾ ਅਰਥ ਹੈ ਭਾਵਨਾ। ਕਹਿੰਦੇ ਤੂੰ ਉਸ ਮਨ ਚਿੱਤ ਨਾਲ ਜੁੜ, ਕਿਉਂਕਿ ਉਹਦੇ ਕੋਲ ਭਾਵਨਾ ਹੈ, ਤੇਰੇ ਕੋਲ ਨਫ਼ਰਤ ਹੈ। ਉਹਦੇ ਕੋਲ ਪਿਆਰ ਮੁਹੱਬਤ ਹੈ, ਉਹਦੇ ਕੋਲ ਨਫ਼ਰਤ ਨਹੀਂ। ਤੇਰੇ ਕੋਲ ਨਫ਼ਰਤ ਈਰਖਾ ਭਰੀ ਹੋਈ ਹੈ। ਤੂੰ ਆਪਣੀ ਨਫ਼ਰਤ ਈਰਖਾ ਛੱਡ, ਉਸ ਚਿੱਤ ਨਾਲ ਜੁੜ ਕੇ ਭਾਏ ਭਾਵਨਾ ਬਣਾ ਤੇ ਉਸ ਅਕਾਲ ਪੁਰਖ ਦੇ ਦਰ ਤੱਕ ਪਹੁੰਚ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿ ਰਹੇ ਨੇ, ਇੱਕ ਧਰਮੀ ਧਰਮ ਦਾ ਇੱਕ ਰਾਜਾ ਹੈ, ਜਿਹੜਾ ਅੰਦਰ ਬੈਠਾ ਹੋਇਆ ਸਾਡੇ ਕੀਤੇ ਹੋਏ ਕਰਮ ਦਾ ਨਿਬੇੜਾ ਜਿਹਨੇ ਕਰਨਾ ਹੈ। ਜੋ ਅਸੀਂ ਚੰਗੇ ਮਾੜੇ, ਜੋ ਅਸੀਂ ਜਿਵੇਂ ਰੋਜ਼ ਪੜ੍ਹਦੇ ਹੋ ਤੁਸੀਂ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਹਿੰਦੇ ਉਹ ਇੱਕ ਧਰਮੀ ਅਸਥਾਨ, ਜਿੱਥੇ ਬੈਠ ਕੇ ਤੁਹਾਡੀਆਂ ਚੰਗਿਆਈਆਂ ਤੇ ਬੁਰਿਆਈਆਂ ਨੂੰ ਵਾਚਿਆ ਜਾਣਾ। ਤੇ ਜਿੱਥੇ ਚੰਗਿਆਈਆਂ ਬੁਰਿਆਈਆਂ ਵਾਚਿਆ ਜਾਣਾ, ਉੱਥੇ ਕੋਈ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ, ਕਿਉਂਕਿ ਉਹ ਧਰਮੀ ਰਾਜਾ ਹੈ। ਜੇ ਉਹ ਧਰਮੀ ਨਾ ਹੋਵੇ ਫਿਰ ਤੇ ਫੈਸਲੇ ਗਲਤ ਹੋ ਜਾਣ। ਫਿਰ ਤੇ ਜਿਹੜੇ ਮਾੜੇ ਕਰਮ ਕਰਨ ਵਾਲੇ ਨੇ ਉਹਨਾਂ ਦੇ ਹੱਕ 'ਚ ਚੰਗਾ ਫੈਸਲਾ ਹੋ ਜਾਏ, ਤੇ ਜਿਹੜੇ ਚੰਗਿਆਈਆਂ ਵਾਲੇ ਨੇ ਉਹਨਾਂ ਦੇ ਹੱਕ ਵਿੱਚ ਗਲਤ ਫੈਸਲਾ ਹੋ ਜਾਏ। ਉੱਥੇ ਉਸ ਮਾਲਕ ਕਰਤੇ ਦਾ ਹੁਕਮ ਹੈ। ਇਹਨੂੰ ਫਿਰ ਸਮਝ ਲੈਣਾ, ਅੱਗੇ ਜਾ ਕੇ ਆਪਾਂ ਸਮਝਣਾ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਅਸੀਂ ਤਿੰਨਾਂ ਨੂੰ ਸਭ ਕੁਝ ਸਮਝ ਲਿਆ, ਪਰ ਨਹੀਂ, ਤਿੰਨਾਂ ਤੋਂ ਉੱਪਰ ਵੀ ਇੱਕ ਬੈਠਾ ਹੋਇਆ, ਜਿਹੜਾ ਉਹਨੇ ਆਪਣਾ ਅੱਗੋਂ ਇੱਕ ਧਰਮੀ ਰਾਜਾ ਦਿੱਤਾ ਹੈ ਨਾ ਫੈਸਲਾ ਕਰਨ ਵਾਸਤੇ। ਉਹਨੂੰ ਇੱਕ ਹਦਾਇਤ ਦਿੱਤੀ ਹੈ ਕਿ ਤੂੰ ਕਦੇ ਗਲਤ ਫੈਸਲਾ ਨਹੀਂ ਕਰਨਾ, ਤੂੰ ਕਿਸੇ ਦੀ ਸਿਫਾਰਿਸ਼ ਜਿਹੜੀ ਆ ਉੱਥੇ ਨਹੀਂ ਸੁਣਨੀ ਹੈ। ਭਾਵੇਂ ਕੋਈ ਜਿੰਨਾ ਮਰਜ਼ੀ ਰਾਜਾ ਹੋਵੇ, ਜਿੰਨਾ ਮਰਜ਼ੀ ਕੋਈ ਧਰਮੀ ਹੋਵੇ, ਜਿੰਨਾ ਮਰਜ਼ੀ ਕੋਈ ਵੱਡਾ ਹੋਵੇ, ਫੈਸਲਾ ਹੋਣਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਹਿੰਦੇ ਉਹ ਜਿਹੜਾ ਧਰਮੀ ਰਾਜਾ ਨਾ, ਉਹ ਵੀ ਤੁਸੀਂ ਸੂਖਸ਼ਮ ਬੁੱਧੀ ਨਾਲ, ਇਹ ਗੱਲਾਂ ਸੂਖਸ਼ਮ ਬੁੱਧੀ ਵਿੱਚ ਸਮਝ ਆਉਣੀਆਂ ਨੇ। ਜਦੋਂ ਤੁਸੀਂ ਸੂਖਸ਼ਮ ਬੁੱਧੀ ਨਾਲ ਦੇਖੋਗੇ, ਉਹ ਵੀ ਉਹਦੇ ਗੁਣ ਗਾਉਂਦਾ ਹੋਇਆ ਤੁਹਾਨੂੰ ਨਜ਼ਰ ਆਵੇਗਾ। ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਸਭ ਕਹਿੰਦੇ ਗਾਵਹਿ ਚਿੱਤ ਗੁਪਤ, ਇੱਕ ਚਿੱਤ ਅੰਦਰ ਜਿਹੜਾ ਗੁਪਤ ਰੂਪ ਦੇ ਵਿੱਚ ਹੈ। ਵੈਸੇ ਕਈਆਂ ਨੇ ਮੰਨਿਆ ਵੀ ਚਿੱਤਰ ਦੋ ਨੇ, ਕਈਆਂ ਦੀ ਮਨੋਤ ਹੈ ਵੀ ਚਿੱਤਰ ਗੁਪਤ ਦੋ ਨੇ, ਇੱਕ ਸੱਜੇ ਤੇ ਇੱਕ ਖੱਬੇ। ਇੱਕ ਸਾਡੀ ਚੰਗਿਆਈ ਲਿਖਦਾ ਤੇ ਇੱਕ ਸਾਡੀ ਬੁਰਿਆਈ ਜਿਹੜੀ ਹੈ ਉਹ ਲਿਖਦਾ ਹੈ। ਪਰ ਜਿਨ੍ਹਾਂ ਨੇ ਆਪਣੀ ਸੂਖਸ਼ਮ ਬੁੱਧੀ ਨਾਲ ਗੁਰਬਾਣੀ ਨੂੰ ਸਮਝਿਆ, ਉਹ ਕਹਿੰਦੇ ਅਸਲ ਵਿੱਚ ਉਹ ਚਿੱਤ ਜਿਹੜਾ ਗੁਪਤ ਰੂਪ ਦੇ ਵਿੱਚ ਹੈ, ਜਿਹੜਾ ਪ੍ਰਗਟ ਨਹੀਂ ਹੁੰਦਾ, ਜਿਹੜਾ ਗੁਪਤ ਰੂਪ ਵਿੱਚ ਅੰਦਰ ਚਿੱਤ ਦਾ ਅਰਥ ਤੁਹਾਡੇ ਨਾਲ ਕੀਤਾ ਚੇਤਾ ਹੈ ਜਿੱਥੇ ਸਭ ਕੁਝ। ਕਿਉਂਕਿ ਜਿਹੜਾ ਭੁੱਲੀ ਗਿਆ ਉਹ ਕੀ ਫੈਸਲਾ ਕਰੇਗਾ? ਜਿਹੜਾ ਸਭ ਕੁਝ ਭੁੱਲੀ ਗਿਆ ਉਹ ਕਿਸੇ ਦਾ ਕੀ ਫੈਸਲਾ ਨਿਬੇੜਾ ਕਰੇਗਾ? ਉਹ ਕਹੇਗਾ ਮੈਂ ਤੇ, ਮੇਰੇ ਤਾਂ ਦਿਮਾਗ 'ਚੋਂ ਹੀ ਗੱਲ ਨਿਕਲ ਗਈ, ਮੈਨੂੰ ਦੁਬਾਰਾ ਤੁਸੀਂ ਦੁਬਾਰਾ ਰਿਪੀਟ ਕਰਾਓ, ਦੁਬਾਰਾ ਤੁਸੀਂ ਦੱਸੋ, ਫਿਰ ਮੈਂ ਉਹਦੇ ਤੇ ਸਰਚ ਕਰਾਂਗਾ, ਫਿਰ ਦੁਬਾਰਾ ਉਹਦੇ ਤੇ ਸਰਚ ਕਰਕੇ ਕਿਸੇ ਨਤੀਜੇ ਤੇ ਨਿਕਲਾਂਗਾ। ਪਰ ਜਿਹਨੂੰ ਸਭ ਕੁਝ ਚੇਤਾ ਹੈ, ਉਹਨੂੰ ਦੁਬਾਰਾ ਸਰਚ ਕਰਨ ਦੀ ਲੋੜ ਨਹੀਂ, ਉਹਨੂੰ ਦੁਬਾਰਾ ਪੜਚੋਲ ਕਰਨ ਦੀ ਲੋੜ ਨਹੀਂ, ਕਿਉਂਕਿ ਉਹਨੂੰ ਸਭ ਕੁਝ ਯਾਦ, ਸਭ ਕੁਝ ਚੇਤਾ ਹੈ। ਉਹ ਜਿਹੜਾ ਅੰਦਰ ਚਿੱਤ ਗੁਪਤ ਦੇ ਰੂਪ ਦੇ ਵਿੱਚ ਹੈ ਨਾ, ਕਹਿੰਦੇ ਜਿਹੜਾ ਲਿਖ ਰਿਹਾ ਸਾਡੇ ਹਰ ਕੀਤੇ। ਕਿਉਂਕਿ ਹੁਣ ਦੇਖੋ ਕਰਮ ਕਦੋਂ ਬਣਨਾ ਹੈ? ਕਰਮ ਬਣਨਾ ਜਦੋਂ ਸਾਡਾ ਮਨ ਸ਼ਾਮਿਲ ਹੋਏਗਾ। ਅਜੇ ਤਨ ਕਰਕੇ ਕਰਮ ਬਣਦਾ ਹੋਵੇ ਤੇ ਅਸੀਂ ਧਰਮੀ ਬਹੁਤ ਵੱਡੇ ਹਾਂ। ਜੇ ਇਕੱਲੇ ਤਨ ਕਰਕੇ ਕਰਮ ਬਣਨਾ ਹੋਵੇ ਨਾ, ਫਿਰ ਤੇ ਅਸੀਂ ਧਰਮੀ ਬਹੁਤ ਵੱਡੇ ਹਾਂ, ਸਾਡੇ ਤੋਂ ਵੱਡਾ ਤੇ ਧਰਮੀ ਕੋਈ ਨਹੀਂ ਹੈ। ਪਰ ਨਹੀਂ, ਕਰਮ ਬਣਨਾ ਮਨ ਕਰਕੇ। ਕਿਉਂਕਿ ਜਿੰਨੇ ਕਈ ਵਾਰੀ ਅਸੀਂ ਬਾਹਰੋਂ ਧਰਮੀ ਨਜ਼ਰ ਆਉਂਦੇ ਹਾਂ, ਮਾਫ ਕਰਨਾ, ਉਨੇ ਅੰਦਰ ਕਈ ਵਾਰੀ ਅਸੀਂ ਸ਼ੈਤਾਨ ਵਾਲੇ ਅਵਗਣ ਲੈ ਕੇ ਬੈਠੇ ਹਾਂ। ਬੰਦਾ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹੈ। ਕਈ ਵਾਰ ਅਸੀਂ ਧੋਖੇ ਖਾਦੇ ਨੇ, ਇਹ ਵੇਖ ਕੇ ਵੀ ਆਹ ਬੰਦਾ ਬੜਾ ਧਰਮੀ ਹੈ, ਇਹ ਬੜਾ ਧਰਮੀ ਹੈ, ਇਹ ਕਦੇ ਕੋਈ ਦੀ ਸੋਚ ਮਾੜੀ ਨਹੀਂ ਹੋ ਸਕਦੀ। ਪਰ ਅਕਸਰ ਧਰਮੀ ਲੋਕ ਜਿਹੜੇ ਦਿਸਦੇ ਸੀ, ਉਹਨਾਂ ਦੀ ਅੰਦਰੋਂ ਸੋਚ ਮਾੜੀ ਲੱਗੀ ਤੇ ਫੈਸਲੇ ਵੀ ਉਹ ਗਲਤ ਕਰਦੇ ਨਜ਼ਰ ਆਏ। ਫਿਰ ਅਸੀਂ ਕਹਿੰਦੇ ਹਾਂ ਅਸੀਂ ਤੇ ਬਾਹਰ ਦਾ ਧਰਮ ਦਾ ਲਿਬਾਸ ਵੇਖ ਕੇ ਹੀ ਅਸੀਂ ਧੋਖਾ ਖਾ ਗਏ। ਕਿਉਂ? ਕਿਉਂਕਿ ਇਹਦਾ ਧਰਮੀ ਹੋਣਾ ਬਾਹਰ ਦਾ ਸੀ, ਅੰਦਰ ਦਾ ਨਹੀਂ ਸੀ।
ਤੇ ਕਰਮ ਉਦੋਂ ਬਣਨਾ ਹੈ ਜਦੋਂ ਮਨ ਸ਼ਾਮਲ ਹੋਏਗਾ। ਕਈ ਵਾਰੀ ਨਾ ਮੁਖ ਤੋਂ ਕੁਝ ਨਾ ਵੀ ਬੋਲੀਏ, ਮਨ ਬੜਾ ਕੁਝ ਬੋਲਦਾ ਹੈ, ਪਰ ਧਿਆਨ ਰੱਖਿਓ ਜੋ ਮਨ ਬੋਲਦਾ ਹੈ ਉਹ ਅੰਦਰ ਲਿਖਿਆ ਜ਼ਰੂਰ ਜਾਣਾ ਹੈ। ਜੋ ਮਨ ਨੇ ਅੰਦਰ ਸੋਚ ਲਿਆ ਨਾ, ਮਨ ਹੀ ਮਨ ਵਿੱਚ ਅਸੀਂ ਕਈ ਵਾਰ ਕਿਸੇ ਦਾ ਬੁਰਾ ਵੀ ਕਰ ਦਿੰਦੇ ਹਾਂ। ਮਨ ਹੀ ਮਨ ਮੂੰਹੋਂ ਬੋਲ ਕੇ ਤੇ ਕਹਿੰਦੇ ਆ ਵੀ ਅਸੀਂ ਤੇਰੇ ਭਲੇ ਵਾਸਤੇ ਹਾਂ, ਪਰ ਮਨ ਹੀ ਮਨ ਵਿੱਚ ਤੇਰਾ ਬੁਰਾ ਜੇ ਸੋਚਦੇ ਆ ਤੇ ਉਹ ਕਰਮ ਬਣ ਗਿਆ। ਸਾਹਿਬ ਕਹਿੰਦੇ ਨੇ ਜਿਹੜਾ ਚਿੱਤ ਅੰਦਰ ਗੁਪਤ ਰੂਪ ਵਿੱਚ ਹੈ, ਲਿਖ ਜਾਣ ਹੈ, ਜਿਹੜਾ ਲਿਖ ਕੇ ਜਾਣਦਾ ਹੈ, ਤੇ ਜਿਹਦਾ ਲਿਖਿਆ ਹੋਇਆ ਲਿਖ ਲਿਖ ਧਰਮ ਵਿਚਾਰੇ। ਧਰਮ ਦਾ ਅਰਥ ਪਹਿਲਾਂ ਕੀਤਾ ਹੈ ਸਾਹਿਬ ਨੇ ਕਿ ਕਹਿੰਦੇ ਗਾਵੇ ਰਾਜਾ ਧਰਮ ਦੁਆਰੇ। ਜਿਹਦਾ ਅੰਦਰ ਗੁਪਤ ਰੂਪ ਵਿੱਚ ਲਿਖੇ ਹੋਏ ਚਿੱਤ ਨੇ ਜੋ ਚੰਗਿਆਈਆਂ ਬੁਰਾਈਆਂ ਲਿਖੀਆਂ, ਕਹਿੰਦੇ ਉਹ ਲਿਖ ਲਿਖ ਕੇ ਜੋ ਅੱਗੇ ਪੇਸ਼ ਕੀਤਾ, ਜਿਹਨੂੰ ਧਰਮ ਰਾਜ ਅੰਦਰ ਵਿਚਾਰਦਾ ਹੈ, ਸਾਹਿਬ ਕਹਿੰਦੇ ਉਹ ਜਿਹੜੇ ਚਿੱਤ ਜਿਹੜਾ ਗੁਪਤ ਰੂਪ ਵਿੱਚ ਹੈ ਨਾ, ਉਹ ਵੀ ਉਸ ਮਾਲਕ ਦੇ ਗੁਣ ਗਾਉਂਦਾ ਤੁਹਾਨੂੰ ਦਿਸੇਗਾ। ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਈਸ਼ਰ ਦਾ ਅਰਥ ਵਿਦਵਾਨਾਂ ਨੇ ਮਹਾਦੇਵ ਕੀਤਾ ਹੈ। ਬਰਮਾ ਜਿਵੇਂ 3 ਦੇਵਤੇ ਮੰਨੇ ਗਏ ਨੇ, ਬ੍ਰਹਮਾ ਵਿਸ਼ਨੂੰ ਮਹੇਸ਼, ਔਰ ਦੇਵੀ ਦੇਵਤੇ ਜਿਹੜੇ ਆ ਉਹ ਮੰਨੇ ਗਏ। ਮਹਾਰਾਜ ਕਹਿੰਦੇ ਚਲੋ ਠੀਕ ਹੈ, ਜੇ ਤੁਸੀਂ ਮੰਨਦੇ ਹੋ ਤੇ ਮੇਰੀ ਸੋਚ ਮੁਤਾਬਕ ਉਹ ਵੀ ਅਕਾਲ ਪੁਰਖ ਨੂੰ ਹੀ ਗਾ ਰਹੇ ਨੇ। ਗੁਰੂ ਨਾਨਕ ਸਾਹਿਬ ਨੂੰ ਜਿਹੜੇ ਜਿਹੜੇ ਮਿਲੇ ਆ ਨਾ, ਉਹ ਕਹਿੰਦੇ ਸਾਡੇ ਆਹ ਦੇਵੀ ਨੇ, ਆਹ ਦੇਵਤੇ ਨੇ, ਅਸੀਂ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਮੰਨਦੇ ਆ। ਮਹਾਰਾਜ ਕਹਿੰਦੇ ਠੀਕ ਹੈ, ਮੈਂ ਤੁਹਾਡੀ ਗੱਲ ਨੂੰ ਕੱਟਦਾ ਨਹੀਂ, ਪਰ ਜਿੱਥੇ ਤੱਕ ਮੇਰੀ ਸੋਚ ਜਾਂਦੀ ਆ ਉਹ ਇਹ ਹੈ ਕਿ ਇਹ ਵੀ ਉਸ ਅਕਾਲ ਪੁਰਖ ਪਰਮੇਸ਼ਵਰ ਨੂੰ ਉਹਦੇ ਦਰ ਤੇ ਬੈਠੇ ਹੋਏ ਗਾਉਂਦੇ ਨਜ਼ਰ ਆ ਰਹੇ ਨੇ, ਜਿਨ੍ਹਾਂ ਵਿੱਚ ਦੈਵੀ ਗੁਣ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਸੋਹਣਾ ਬਣਾ ਕੇ ਸਵਾਰਿਆ ਹੈ, ਤੇ ਸਵਾਰਨ ਵਾਲਾ ਵੀ ਤੇ ਉਹ ਆਪ ਹੀ ਆ ਨਾ, ਮਾਲਕ। ਇਸ ਲਈ ਉਹ ਜਿਹੜੇ ਨੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਜਿਹੜੇ ਆਪਣੇ ਆਪ ਨੂੰ ਜਿਨ੍ਹਾਂ ਮਹਾਦੇਵ ਅਖਾਇਆ, ਬਰਮਾ ਅਖਾਇਆ, ਜਾਂ ਦੇਵੀ ਦਾ ਅਰਥ ਹੈ ਜਿੰਨੀਆਂ ਵੀ ਦੇਵੀ ਗੁਣਾਂ ਵਾਲੇ ਸਨ, ਜਿਹੜੇ ਆਪਣੇ ਆਪ ਨੂੰ ਸੋਹਣੇ ਬਣਾ ਕੇ ਸਵਾਰ ਕੇ ਦੁਨੀਆ ਵਿੱਚ ਜਿਨ੍ਹਾਂ ਨੇ ਪੇਸ਼ ਕੀਤਾ, ਉਹ ਵੀ ਉਸ ਮਾਲਕ ਦੇ ਗੁਣ ਉਹਦੇ ਦਰ ਤੇ ਬੈਠੇ ਗਾ ਰਹੇ। ਹਜੇ ਤਾਂ ਦਰ ਦੀ ਗੱਲ ਚੱਲ ਰਹੀ ਹੈ, ਅਜੇ ਤਾਂ ਘਰ ਦੇ ਅੰਦਰ ਗਏ ਹੀ ਨਹੀਂ ਆਪਾਂ। ਦਰ ਕਿੰਨਾ ਵੱਡਾ ਹੈ ਜਿੱਥੇ ਇੰਨੇ ਬੈਠ ਕੇ ਉਹਨੂੰ ਗਾ ਰਹੇ ਨੇ। ਜਿਨ੍ਹਾਂ ਨੂੰ ਅਸੀਂ ਵੱਡਾ ਸਮਝਿਆ ਉਹ ਵੀ ਅੱਗੋਂ ਕਿਸੇ ਦੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਬੈਠੇ ਉਹਨੂੰ ਗਾ ਰਹੇ ਨੇ। ਜਾਂ ਸਾਰੀ ਗੱਲ ਆਪਾਂ ਕਰ ਵੀ ਲਈਏ ਨਾ, ਤੇ ਮੁੱਕਦੀ ਗੱਲ ਇੱਥੇ ਆਉਣੀ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ ਹੈ ਸੁਲਤਾਨ। ਇਹ ਮੇਰੇ ਮੀਆਂ ਮਾਲਕ ਜੀ, ਮੈਂ ਕਿੱਥੋਂ ਤੱਕ ਤੇਰੇ ਗੁਣ ਗਾਵਾਂ, ਤੇਰੀ ਵਡਿਆਈ ਕਰਾਂ, ਕਿਉਂਕਿ ਤੇਰਾ ਦਰ ਹੀ ਇੰਨਾ ਵੱਡਾ ਹੈ ਕਿ ਜਿੱਥੇ ਤੱਕ ਮੇਰੀ ਪਹੁੰਚ ਬਣ ਹੀ ਨਹੀਂ ਸਕਦੀ। ਹਾਂ, ਪਰ ਗੁਰੂ ਨਾਨਕ ਸਾਹਿਬ ਜੀ ਤੋਂ ਆਪਾਂ ਗਿਆਨ ਲੈ ਕੇ ਉਸ ਦਰ ਨੂੰ ਸਮਝਣ ਦਾ ਯਤਨ ਇਸ ਪੌੜੀ ਦੇ ਰਾਹੀਂ ਕਰਨਾ ਹੈ। ਤੇ ਜਦੋਂ ਦਰ ਦੀ ਸਮਝ ਆਈ, ਫਿਰ ਅਰਦਾਸ ਕਰਾਂਗੇ, ਦਾਤਾ ਜੀ ਆਹ ਦਰ ਤਾਂ ਸਾਡੇ ਲਈ ਵੀ ਕਿਤੇ ਕਿਰਪਾ ਦਾ ਕਿਵਾੜ ਖੋਲੋ, ਤਾਂ ਕਿ ਅਸੀਂ ਇਸ ਘਰ ਵਿੱਚ ਸਦਾ ਲਈ ਸਮਾ ਸਕੀਏ। ਸਮੇਂ ਅਨੁਸਾਰ ਗੁਰੂ ਸਾਹਿਬ ਜੀ ਨੇ ਜਿੰਨੀ ਕੁ ਮੱਤ ਦੇ ਕੇ ਇਹ ਵਿਚਾਰ ਇਸ ਰਸਨਾ ਤੋਂ ਕਰਵਾਈ ਹੈ, ਸਤਿਗੁਰੂ ਮਿਹਰ ਕਰਨ ਇੰਨੀ ਵਿਚਾਰ ਆਪ ਜੀ ਕਬੂਲ ਕਰ ਲੈਣਾ, ਪ੍ਰਵਾਨ ਕਰ ਲੈਣਾ। ਬੜਾ ਉਣਤਾਈਆਂ ਵਿੱਚ ਰਹਿ ਗਈਆਂ ਹੋਣਗੀਆਂ, ਕਿਉਂਕਿ ਜਿਸ ਤਲ ਤੇ ਗੁਰੂ ਸਾਹਿਬ ਨੇ ਇਹ ਪੌੜੀ ਦਾ ਉਚਾਰਨ ਕੀਤਾ ਹੈ, ਹੋ ਸਕਦਾ ਹੈ ਉਸ ਅਵਸਥਾ ਤੱਕ ਹਜੇ ਇਹ ਵਿਚਾਰ ਤੱਕ ਆਪਾਂ ਨਾ ਪਹੁੰਚ ਸਕੀਏ, ਪਰ ਜਿੰਨੀ ਜਿੰਨੀ ਮੱਤ ਗੁਰੂ ਸਾਹਿਬ ਜਿਹਨੂੰ ਦੇ ਰਹੇ ਆ, ਅਸੀਂ ਸਮਝਣ ਦਾ ਯਤਨ ਕਰਨਾ। ਫਿਰ ਅਸੀਂ ਆਉਣਾ ਪਰਤ ਕੇ ਉੱਥੇ ਹੀ ਹੈ, ਉਹਦੇ ਦਰ ਤੇ ਖਲੋ ਕੇ ਕਹੋ, ਦਾਤਾ ਜੀ ਸਾਨੂੰ ਆਪਣੀ ਭਗਤੀ ਦੇ ਰੰਗ 'ਚ ਰੰਗ ਲਓ, ਤਾਂ ਕਿ ਅਸੀਂ ਸਦਾ ਤੁਹਾਡੇ ਘਰ ਦੇ ਵਿੱਚ ਲੀਨ ਹੋ ਸਕੀਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਭਰਿਆ ਤਉ ਸ਼ਰਨਾਏ, ਭਰਿਆ
ਆਇਆ ਤਉ ਸ਼ਰਨਾਏ ਬਰਿਆ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ। ਸਤਿਗੁਰੂ ਮਹਿਰਾਮਤ ਕਰਨ। ਇਸੇ ਤਰ੍ਹਾਂ ਮਨ ਸੁਰਤ ਚਿੱਤ ਕਰਕੇ ਆਪਾਂ ਬਾਣੀ ਦਾ ਅਭਿਆਸ ਕਰੀਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਸਭਨਾਂ ਨੂੰ ਚੜ੍ਹਦੀ ਕਲਾਂ ਵਾਲਾ ਜੀਵਨ ਬਖਸ਼ਣ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸ਼ਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।